अंगद दुख निकंदन अमरदास गुर हृदय नित ध्यावों जी हृदय नित ध्यावों। श्री गुरु रामदास गुण गावों। श्री अर्जन विघ्नन के नासक विघ्नन के नासक। हर गोबिंद शुभ सुमत प्रकाशक। श्री हरि राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह बिसाला। तरों तरा पर पुन पुन सीसा जी पुन पुन सीसा। वंदो बार बार जगदीसा। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा चंद बदन सुमति सदना। कुमत निकदन उदार। रूप उमा बानी रमा। ताको नमो हमार। चंद बदन सुमति सदना। वाहेगुरु जी का खालसा वाहेगुरु जी की फतेह। भगत वत्सल पतत पावन गुरु गरीब निवाज धन धन श्री गुरु नानक देव साहिब जी महाराज। पंथ दे वाले साहिबे कमाल धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी निवाजी गुरु रूप गुरु प्यारे गुरु सवारी साध संगत जीओ। आप जी वड्डियां भागां वाले वडभागी हो जो कि श्री गुरु अर्जन देव महाराज जी के पावन पवित्र स्थान विखे हाजरियां भर के श्री गुरु ग्रंथ साहिब महाराज जी के चरणों में नतमस्तक हो करके अपने इस मनुखा जन्म नूं सफला कर रहे हो। सच्चे पातशाह गुरु गरीब निवाज महाराज जी की पवित्र हजूरी विच सो दर रहरास है बाणी दे जाप होए हैं। अरदास होई पवित्र हुक्मनामे सरवण करके लाहा प्राप्त किया है। हुण जो श्री गुरु नानक देव महाराज जी की पावन पवित्र कथा चल रही है उसका समा होया है। जिवें सच्चे पातशाह जी दे सौरा मूल चंद जी
ਪੱਖੋ ਕੇ ਰੰਧਾਵਾ ਤੋਂ ਆਏ। 2 ਦਿਨ ਰਹਿਣਾ ਕੀਤਾ ਹੈ। 2 ਦਿਨ ਰਹਿਣ ਤੋਂ ਬਾਅਦ ਆਪਣੀ ਸਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਲੈ ਕਰਕੇ ਆਪਣੇ ਪਿੰਡ ਬਟਾਲਾ ਪੱਖੋ ਕੇ ਰੰਧਾਵਾ ਚਲੇ ਗਏ। ਬੜੀ ਖੁਸ਼ੀ ਹੈ ਮਨ ਵਿੱਚ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸਖੀ ਦਾਤੇ ਵਾਲਾ ਸੁਭਾਅ ਬਣ ਕੇ ਪਹਿਲਾਂ ਵਾਂਗ ਹੀ ਮੋਦੀਖਾਨੇ ਦੇ ਕੰਮ ਵਿੱਚ ਖੁੱਲ੍ਹਾ ਡੁੱਲਾ ਹੀ ਗਰੀਬਾਂ ਨੂੰ ਦੇਈ ਜਾ ਰਹੇ ਹੈ। ਮਹਾਰਾਜ ਜੀ ਖੁੱਲ੍ਹਾ ਦਾਨ ਕਰਦੇ ਆ ਰਹੇ ਹੈ। ਕੁਝ ਦਿਨ ਲੰਘ ਗਏ, ਬੀਤ ਗਏ ਮਾਤਾ ਸੁਲੱਖਣੀ ਜੀ ਨੂੰ ਗਿਆ ਹੋਇਆਂ। ਇੱਧਰ ਭੈਣ ਨਾਨਕੀ ਜੀ ਨੇ ਵਿਚਾਰ ਕੀਤੀ ਹੈ ਕਿ ਬਹੁਤ ਦਿਨ ਹੋ ਗਏ ਭਰਜਾਈ ਨੂੰ ਗਿਆ, ਅਤੇ ਹੁਣ ਇਹਨਾਂ ਨੂੰ ਘਰ ਬੁਲਾ ਲੈਣਾ ਚਾਹੀਦਾ ਹੈ, ਤਾਂ ਹੀ ਜਿਹੜਾ ਘਰ ਦਾ ਰੀਤੀ ਹੈ ਚੰਗੀ ਤਰ੍ਹਾਂ ਰਹਿਣ ਸਹਿਣ ਹੋਵੇਗਾ। ਉਹ ਵੀ ਆਪਣੇ ਘਰ ਆਵੇ ਅਤੇ ਘਰ ਸੰਭਾਲਣ ਆਪਣਾ। ਪਤੀ ਜੈ ਰਾਮ ਜੀ ਨੂੰ ਕਿਹਾ ਹੈ, ਕਹਿੰਦੇ ਵੀ ਠੀਕ ਹੈ। ਕੁਝ ਮਨੁੱਖ ਦਾਸ ਬੁਲਾਏ, ਉਹਨਾਂ ਨੂੰ ਚੰਗੀ ਤਰ੍ਹਾਂ ਸਜਾ ਬਜਾ ਕੇ ਭੇਜਿਆ ਹੈ। ਉਹ ਗਏ ਹੈ, ਸੁਨੇਹਾ ਦਿੱਤਾ। ਮਹਾਰਾਜ ਜੀ ਦੇ ਸੱਸ ਚੰਦੋ ਰਾਣੀ ਜੀ ਸੁਣ ਕੇ ਸੋਚ ਵਿਚਾਰ ਕੀਤੀ ਹੈ ਕਿ ਚਲੋ ਬਹੁਤ ਦਿਨ ਹੋ ਗਏ, ਹੁਣ ਭੇਜਣਾ ਚਾਹੀਦਾ ਹੈ। ਪੁੱਤਰੀ ਦਾ ਬਹੁਤਾ ਮੋਹ ਪ੍ਰੇਮ ਜਾ ਕਰਕੇ ਤਿਆਰੀ ਕਰਵਾਈ, ਚੰਗਾ ਕੱਪੜਾ ਆਦਿਕ ਵਸਤਾਂ ਦਿੱਤੀਆਂ ਨਾਲ। ਮਾਤਾ ਸੁਲੱਖਣੀ ਜੀ ਇੱਥੇ ਆ ਗਏ, ਭੈਣ ਨਾਨਕੀ ਜੀ ਉਹਨਾਂ ਨੂੰ ਮਿਲੇ। ਕੁਝ ਦਿਨ ਇੱਥੇ ਬਿਤਾਏ ਆ ਸੁਲਤਾਨਪੁਰ ਆ ਕੇ ਭੈਣ ਨਾਨਕੀ ਦੇ, ਭਾਵ ਆਪਣੀ ਨਨਾਣ ਦੇ ਘਰੇ। ਫਿਰ ਸੋਚਿਆ ਭੈਣ ਨਾਨਕੀ ਜੀ ਨੇ ਵੀ ਵੱਖਰਾ ਘਰ ਬਣਾ ਦੇਣਾ ਚਾਹੀਦਾ ਹੈ, ਜਿੱਥੇ ਮੇਰੇ ਭਰਾ ਅਤੇ ਮੇਰੀ ਭਰਜਾਈ ਹੋਣੀ ਰਹਿਣ। ਉਹ ਸੋਹਣਾ ਘਰ ਬਣਵਾਇਆ ਜਿਹੜਾ ਸਾਰੇ ਸਮਿਆਂ ਦੀ ਚੰਗਾ, ਅਤੇ ਉਹਦੇ ਵਿੱਚ ਜਿਹੜੀਆਂ ਘਰੇਲੂ ਚੀਜ਼ਾਂ ਚਾਹੀਦੀਆਂ ਵਰਤਣ ਵਾਲੀਆਂ ਉਹ ਵੀ ਸਾਰੀਆਂ ਖੁੱਲ੍ਹੀਆਂ ਰੱਖ ਦਿੱਤੀਆਂ ਹਨ। ਉੱਧਰ ਘਰ ਬਣਾ ਦਿੱਤਾ ਹੈ, ਗਹਿਣੇ ਕਢਵਾ ਕੇ ਮਾਤਾ ਸੁਲੱਖਣੀ ਜੀ ਨੂੰ ਪਵਾ ਦਿੱਤੇ ਹੈ। ਕਿਸੇ ਚੀਜ਼ ਦੀ ਕਮੀ ਨਹੀਂ ਹੈ ਘਰ ਵਿੱਚ। ਪਰ ਗੁਰੂ ਨਾਨਕ ਸਾਹਿਬ ਜੀ 1-1 ਮਹੀਨਾ 2-2 ਮਹੀਨੇ ਮੋਦੀਖਾਨੇ ਆਪਣੇ ਹੱਟ 'ਚੋਂ ਵਾਪਸ ਹੀ ਨਹੀਂ ਆਉਂਦੇ। ਅਤੇ ਜਿਹੜੇ ਨਿੰਦਕ ਲੋਕ ਈਰਖਾਲੂ ਅਤੇ ਈਰਖਾ ਕਰਦੇ, ਮਹਾਰਾਜ ਦਾ ਸੁਭਾਅ ਵੇਖ ਕੇ ਵੀ ਆ ਵੇਖੋ ਕਿਵੇਂ ਲਟਾਈ ਜਾਂਦੇ ਹੈ। ਜਿਹੜੇ ਕੋਈ ਗਿਆਨ ਰੱਖਣ ਵਾਲੇ ਉਹ ਤਾਂ ਖੁਸ਼ ਹੁੰਦੇ ਵੀ ਧੰਨ ਇਹਨਾਂ ਦੀ ਵੱਡੀ ਕਮਾਈ ਹੈ। ਇਵੇਂ ਮਾਤਾ ਸੁਲੱਖਣੀ ਜੀ ਸੁਣਦੇ ਜਦੋਂ ਵੀ ਖੁੱਲ੍ਹਾ ਹੀ ਦਾਨ ਬਾਹਰ ਦੇਈ ਜਾਂਦੇ ਗਰੀਬਾਂ ਫਕੀਰਾਂ ਨੂੰ, ਇਹ ਵੀ ਬੜਾ ਦੁਖੀ ਜਿਹੇ ਹੁੰਦੇ ਮਨ ਵਿੱਚ। ਬੜਾ ਦੁੱਖ ਜਿਹਾ ਮਨਾ ਕੇ ਭੈਣ ਨਾਨਕੀ ਜੀ ਕੋ ਆ ਜਾਂਦੇ, ਕਦੀ ਕਦੀ ਆਪਣਾ ਖੁੱਲ੍ਹਾ ਹੀ ਦੁੱਖ ਸੁਣਾਉਂਦੇ ਹੈ, ਰੋ ਰੋ ਕੇ ਵੀ ਆ ਤੁਸੀਂ ਦੱਸੋ ਕਿ ਗ੍ਰਸਤ ਜੀਵਨ ਵਿੱਚ ਪੈਸਾ ਧੇਲਾ ਸਭ ਕੁਝ ਚਾਹੀਦਾ ਹੈ, ਆ ਕਿਵੇਂ ਬਣੂਗੀ ਗੱਲ ਜੇ ਇੱਦਾਂ ਖੁੱਲ੍ਹਾ ਹੀ ਇਹ ਲੁਟਾਈ ਜਾਣਗੇ ਦੇਈ ਜਾਣਗੇ, ਐਵੇਂ ਦੇ ਘਰ ਨਹੀਂ ਚੱਲਦੇ ਹੈ। ਭੈਣ ਨਾਨਕੀ ਜੀ ਸੁਣ ਕੇ ਕਹਿੰਦੇ ਵੀ ਠੀਕ ਹੈ, ਗੱਲ ਤਾਂ ਤੁਹਾਡੀ ਸੱਚੀ ਹੈ। ਬਾਕੀ ਜਿਵੇਂ ਗੁਰੂ ਨਾਨਕ ਸਾਹਿਬ ਕਰਦੇ ਹੈ ਉਹਨਾਂ ਦੀ ਆਗਿਆ ਵਿੱਚ ਤੁਸੀਂ ਰਹੀ ਜਾਓ, ਇਹਦੇ ਵਿੱਚ ਹੀ ਭਲਾ ਹੈ। ਉਹ ਕੋਈ ਨਿਆਣੇ ਨਹੀਂ ਹੈ, ਅਣਜਾਣ ਨਹੀਂ ਵੀ ਜਿਹੜਾ ਅਸੀਂ ਸਮਝਾਈਏ, ਉਹ ਤਾਂ ਸਭ ਤਰ੍ਹਾਂ ਨਾਲ ਸਮਰੱਥ ਹੈ। ਉਹਨਾਂ ਦੀ ਆਗਿਆ ਵਿੱਚ ਰਹੋਗੇ ਅਤੇ ਸੁੱਖ ਪਾਓਗੇ। ਜੇ ਕੋਈ ਚੀਜ਼ ਦੀ ਜ਼ਰੂਰਤ ਹੈ ਸਾਨੂੰ ਕਹੋ, ਅਸੀਂ ਲਿਆ ਕੇ ਦੇਣੇ, ਪੂਰੀ ਕਰਦੇ ਤੁਹਾਡੀ ਲੋੜ। ਇਹ ਸੁਣਾ ਕੇ ਮਾਤਾ ਸੁਲੱਖਣੀ ਜੀ ਦੇ ਚੁੱਪ ਕਰ ਗਏ ਹੈ ਅਤੇ ਉਹ ਘਰ ਵਾਪਸ ਆ ਗਏ ਹੈ। ਕੁਝ ਕੁ ਦਿਨ ਬੀਤ ਗਏ ਆ ਚੁੱਪ ਕੀਤਿਆਂ ਹੀ। ਮਨ ਵਿੱਚ ਬੜਾ ਉਹ ਕਸ਼ਟ ਦੁੱਖ ਜਿਹਾ ਹੈ। ਇਹ ਪ੍ਰਸੰਗ ਆਪਾਂ ਸਰਵਣ ਕੀਤੇ ਸੀ, ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਸਰਵਣ ਕਰੀਏ।
ਗੁਰੂ ਚਰਨਾਂ ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੰਦ ਬਦਨ ਸੁਮਤੀ ਸਦਨ। ਭਾਈ ਸੰਤੋਖ ਸਿੰਘ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਜੋ ਕਵੀਆਂ ਦੀ ਮੰਗਲ ਮਰਿਆਦਾ ਹੈ, ਸੰਕੇਤ ਉਹਦੇ ਮੁਤਾਬਕ ਜੋ ਧਰੁਆ ਬੰਨਿਆ ਕਵੀਆਂ ਨੇ ਉਹਦਾ ਮੰਗਲ ਕਰ ਰਹੇ ਹਨ। ਜੋ ਵਿਦਿਆ ਦੀ ਦਾਤੀ ਹੈ, ਕਵਿਤਾ ਦੀ ਸ਼ਕਤੀ ਹੈ, ਸਫੁਰਨ ਕਰਾਉਣ ਵਾਲੀ, ਉਹਦਾ ਮੰਗਲ ਪਹਿਲਾਂ ਕਰ ਰਹੇ ਹਨ ਕਿ ਜਿਸ ਦਾ ਆ ਚੰਦਰਮਾ ਵਰਗਾ ਮੁਖ ਹੈ, ਸ੍ਰੇਸ਼ਟ ਮਤ ਦਾ ਤੇ ਘਾਰੀ ਹੈ ਵਿਦਿਆ ਦੀ ਦਾਤੀ। ਕੁਮਤ ਨਿਕਦਨ ਉਦਾਰ। ਖੋਟੀ ਮਤ ਨੂੰ ਜੋ ਕੱਟਣ ਵਾਲੀ ਹੈ, ਦੂਰ ਕਰਨ ਵਾਲੀ ਹੈ, ਤੇ ਜਿਹੜੀ ਸ੍ਰੇਸ਼ਟ ਬੁੱਧੀ ਹੈ, ਸ੍ਰੇਸ਼ਟ ਅਕਲ ਮਤ ਹੈ, ਉਸ ਨੂੰ ਦੇਣ ਵਿੱਚ ਜੋ ਬੜੀ ਉਦਾਰ ਸ੍ਰੇਸ਼ਟ ਹੈ, ਜੋ ਬੜੀ ਸਖੀ ਦਾਤੀ ਹੈ ਵਿਦਿਆ ਦੀ ਦਾਤੀ। ਰੂਪ ਉਮਾ ਬਾਣੀ ਰਮਾ। ਜੋ ਉਮਾ ਆ ਪਾਰਵਤੀ ਰੂਪ ਹੈ ਜਾਂ ਦੁਰਗਾ ਰੂਪ ਹੈ, ਬਾਣੀ ਜੋ ਸਰਸਵਤੀ ਹੈ ਜੋ ਉਸ ਦਾ ਰੂਪ ਹੈ, रमा ਜੋ ਲక్ష్ਮੀ ਦਾ ਰੂਪ ਹੈ। ਤਾਕੋ ਨਮੋ ਹਮਾਰ। ਉਸ ਵਿਦਿਆ ਦੀ ਦਾਤੀ ਨੂੰ, ਕਵਿਤਾ ਦੀ ਦਾਤੀ ਨੂੰ ਸਾਡੀ ਨਮਸਕਾਰ ਹੈ। ਇਹ ਕਵੀ ਜੀ ਨੇ ਉਹ ਕਵੀਆਂ ਦੀ ਮਰਿਆਦਾ ਦਾ ਸੰਕੇਤ ਮੰਗਲ ਕੀਤਾ ਹੈ। ਅੱਗੇ ਜਿਹੜੇ ਪਰਮਾਰਥ ਨਾਲ ਸਿਧਾਂਤ ਰੱਖਦੇ ਹੈ, ਜਿਹੜੇ ਤਤ ਗਿਆਨੀ ਹੈ, ਕੋਈ ਸੰਤ ਮਹਾਂਪੁਰਸ਼, ਉਹ ਇਸੇ ਦਾ ਹੀ ਮੰਗਲ ਦਾ ਦੂਸਰਾ ਅਰਥ ਕਰਦੇ ਗੁਰਬਾਣੀ ਦੇ ਆਧਾਰ 'ਤੇ ਵੀ ਜਿਹੜੀ ਗੁਰਬਾਣੀ ਹੈ, ਕਵੀ ਜੀ ਨੇ ਗੁਰਬਾਣੀ ਦਾ ਮੰਗਲ ਕੀਤਾ ਹੈ। ਉਹ ਜਿਵੇਂ ਮਹਾਂਪੁਰਸ਼ ਮੰਗਲ ਕਰਦੇ, ਇੱਕ ਵਾਰ ਫੇਰ ਸਰਵਣ ਕਰੀਏ ਜੀ। ਚੰਦ ਬਦਨ ਸੁਮਤੀ ਸਦਨਾ। ਜਿਹੜੀ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਹੈ, ਬਦਨ ਜੋ ਸਿੱਖਾਂ ਦਾ ਹਿਰਦਾ ਰੂਪੀ ਆਕਾਸ਼, ਇਹ ਮੁੱਖ ਹੈ ਜਿਹਦੇ ਵਿੱਚ ਜਿਵੇਂ ਆਕਾਸ਼ 'ਚ ਚੰਦਰਮਾ ਚੜ੍ਹਦਾ ਹੈ, ਪ੍ਰਕਾਸ਼ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਹਿਰਦਾ ਆਕਾਸ਼, ਇਹ ਮਾਨੋ ਸਿੱਖਾਂ ਦਾ ਮੁੱਖ ਹੈ। ਮੁੱਖ ਜਿਹੜਾ ਸਿੱਖਾਂ ਦਾ ਹਿਰਦਾ, ਇਹ ਮੁੱਖ ਹੈ। ਵੈਰਾਗ ਰੂਪੀ ਜਿਹੜਾ ਚੰਦਰਮਾ ਹੈ, ਉਸ ਨੂੰ ਪ੍ਰਕਾਸ਼ ਕਰਨ ਵਾਲੀ ਹੈ ਗੁਰਬਾਣੀ। ਸ੍ਰੇਸ਼ਟ ਮਤ ਦਾ ਤੇ ਘਾਰੀ ਹੈ। ਚੰਗੀ ਜਿਹੜੀ ਅਕਲ ਮਹਾਨ ਹੈ, ਉਸ ਨੂੰ ਬਖਸ਼ਣ ਵਾਲੀ ਹੈ। ਸ੍ਰੇਸ਼ਟ ਮਤ ਦਾ ਘਰ ਬਣਾ ਦੇਣ ਵਾਲੀ ਹੈ ਗੁਰਬਾਣੀ। ਕੁਮਤ ਨਿਕਦਨ ਉਦਾਰ। ਖੋਟੀ ਮਤ ਨੂੰ ਕੱਟ ਦੇਣ ਵਾਲੀ ਹੈ ਗੁਰੂ ਜੀ ਦੀ ਬਾਣੀ। ਜਿਹੜੇ ਸੁਣਦੇ ਉਹਨਾਂ ਦੀ ਖੋਟੀ ਮਤ ਚਲੀ ਜਾਂਦੀ ਹੈ, ਤੇ ਭੋਗ ਮੋਖ ਦੀ ਬਖਸ਼ਣ ਵਾਲੀ ਹੈ। ਬੜੀ ਸ੍ਰੇਸ਼ਟ ਹੈ, ਮਹਾਨ ਹੈ। ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਇੱਛ ਪੁਜਾਏ। ਧਰਮ ਅਰਥ ਕਾਮਨਾਵਾਂ ਮੁਕਤੀ, ਇਹ ਸਭ ਨੂੰ ਦੇਣ ਵਿੱਚ ਬੜੀ ਸਖੀ ਦਾਤੀ ਹੈ ਬਾਣੀ। ਰੂਪ ਉਮਾ ਬਾਣੀ ਰਮਾ। ਫਿਰ ਪਾਰਵਤੀ ਰੂਪ ਹੈ। ਕਿਵੇਂ? ਜਿਵੇਂ ਪਾਰਵਤੀ ਦੇ ਵਿੱਚ ਬੜੀ ਨਿਸ਼ਚਾ ਸੀ, ਭਰੋਸਾ ਸੀ। ਜਦੋਂ ਨਾਰਦ ਜੀ ਆ ਕੇ ਕਿਹਾ ਸੀ ਪਾਰਵਤੀ ਨੂੰ ਵੀ ਇਹ ਪਾਰਵਤੀ, ਆ ਜੋ ਭੰਗ ਪੀਣਾ ਸ਼ਿਵ ਜੀ ਹੈ, ਤੂੰ ਇਹਦਾ ਸਾਥ ਛੱਡ ਦੇ, ਇਹਦੇ ਪਿੱਛੇ ਐਵੇਂ ਨਾ ਖਚਤ ਹੋ, ਇਹਨੂੰ ਤੂੰ ਛੱਡ। ਜੋ ਸ਼ਾਮ ਰੰਗ, ਨੀਲੇ ਰੰਗ ਵਾਲੇ ਵਿਸ਼ਨੂੰ ਭਗਵਾਨ ਹੈ, ਸੋਹਣੇ ਰੂਪ ਵਾਲੇ ਤੇ ਛਤਰੀ ਹੈ, ਉਹਨੂੰ ਵਰ, ਉਹਦੇ ਨਾਲ ਸ਼ਾਦੀ ਕਰ। ਇਹਨੂੰ ਛੱਡ ਦੇ ਭੰਗ ਪੀਣੇ ਸ਼ਿਵ ਜੀ ਨੂੰ। ਤੇ ਉਸ ਵਕਤ
ਨਿਸ਼ਚਾ ਜਣਾਉਂਦੇ ਹੋਏ ਪਾਰਵਤੀ ਨੇ ਕਿਹਾ ਸੀ ਕਿ ਨਾਰਦ ਭਗਤ ਜੀ, ਇਹ ਤੇ ਜਨਮਾਂ ਜਨਮਾਂ ਦਾ ਸਾਥ ਹੈ। ਜਿੰਨਾ ਚਿਰ ਜੇ ਸ਼ਾਦੀ ਕਰਾਉਣੀ ਹੈ ਤੇ ਸ਼ੰਭੂ ਨਾਲ ਹੀ ਕਰਾਉਣੀ ਹੈ, ਸ਼ਿਵ ਜੀ ਨਾਲ ਹੀ, ਨਹੀਂ ਤੇ ਕੁਵਾਰੀ ਰਹਾਂਗੀ। ਇਹ ਨਿਸ਼ਚਾ ਜਣਾਇਆ ਸੀ ਆਪਣਾ ਪੂਰਾ। ਉਹ ਨਿਸ਼ਚੇ ਨੂੰ ਬਾਅਦ ਵਿੱਚ ਜਾਣ ਕੇ ਨਾਰਦ ਦੇ ਰਾਹੀਂ ਸ਼ਿਵ ਜੀ ਭਗਵਾਨ ਨੇ ਹਿਮਾਲੇ ਪਰਬਤ ਦੇ ਘਰ ਪੈਦਾ ਹੋਈ ਸੀ ਪਾਰਵਤੀ, ਤਾਂ ਹੀ ਨਾਂ ਪਿਆ। ਫਿਰ ਇਹਦੇ ਨਾਲ ਸ਼ਾਦੀ ਕੀਤੀ ਸੀ। ਤੇ ਜਿਵੇਂ ਉਹਦੇ ਵਿੱਚ ਭਰੋਸਾ ਸੀ, ਭਾਵ ਕਹਿੰਦੀ ਵੀ ਵਰਨਾ ਹੈ ਤੇ ਸ਼ਿਵ ਜੀ ਨੂੰ ਹੀ ਵਰਨਾ ਹੈ, ਨਹੀਂ ਤੇ ਕੁਵਾਰੀ ਰਹਾਂਗੀ। ਇਸੇ ਤਰ੍ਹਾਂ ਜਿਹੜੇ ਗੁਰਬਾਣੀ ਪੜ੍ਹਦੇ ਹੈ ਉਹ ਗੁਰੂ ਦੇ ਭਰੋਸੇ ਹੋ ਜਾਂਦੇ ਹਨ। ਉਹਨਾਂ ਨੂੰ ਭਰੋਸਾ ਬਖਸ਼ਣ ਵਾਲੀ ਹੈ ਗੁਰਬਾਣੀ। ਉਹ ਇਹੀ ਕਹਿੰਦੇ ਫਿਰ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ। ਉਹਨਾਂ ਦੇ ਅੰਦਰ ਭਰੋਸਾ ਬਣ ਜਾਂਦਾ ਹੈ, ਜਿਸ ਕਰਕੇ ਜਿਹੜੀ ਗੁਰਬਾਣੀ ਹੈ ਇਹ ਭਰੋਸੇ ਯਕੀਨ ਨੂੰ ਸਿੱਖਾਂ ਦੇ ਹਿਰਦੇ ਵਿੱਚ ਬਖਸ਼ਣ ਕਰਕੇ ਪਾਰਵਤੀ ਰੂਪ ਹੈ। ਬਾਣੀ ਵਿਦਿਆ ਦੀ ਦਾਤੀ ਹੋਣ ਕਰਕੇ, ਬ੍ਰਹਮ ਵਿਦਿਆ ਦੀ ਦਾਤੀ ਹੋਣ ਕਰਕੇ ਸਰਸਵਤੀ ਰੂਪ ਵੀ ਹੈ। ਤੇ ਸਭ ਪ੍ਰਕਾਰ ਦੇ ਭੋਗ ਮੋਖ ਮੁਕਤੀਆਂ ਬਖਸ਼ਣ ਵਾਲੀ ਬਾਣੀ ਹੈ। ਸਭ ਕੁਝ ਪ੍ਰਾਪਤ ਹੁੰਦਾ ਹੈ ਗੁਰਬਾਣੀ ਪੜ੍ਹਿਆ, ਮਨ ਇੱਛਤ ਫਲ ਪ੍ਰਾਪਤ ਹੁੰਦੇ ਹੈ। ਜਿਸ ਕਰਕੇ ਰਮਾ ਲక్ష్ਮੀ ਰੂਪ ਵੀ ਹੈ ਗੁਰਬਾਣੀ। ਜਿਵੇਂ ਉਹ ਤਿੰਨ ਦੇਵੀਆਂ ਹੈ, ਉਹਨਾਂ ਦੇ ਵਿੱਚ ਜਿਹੜੇ ਗੁਣ ਹੈ ਉਹਨਾਂ ਦੇ ਆਧਾਰ 'ਤੇ ਮਹਾਂਪੁਰਸ਼ ਅਰਥ ਕਰ ਕਿਵੇਂ ਸੁਣਾਉਂਦੇ ਹੈ ਵੀ ਜਿਵੇਂ ਉਹਨਾਂ ਦੇ ਗੁਣ ਮੰਨੇ ਜਾਂਦੇ, ਇਸੇ ਤਰ੍ਹਾਂ ਗੁਰਬਾਣੀ ਵਿੱਚ ਉਹ ਸਾਰੇ ਗੁਣ ਹੈ, ਜਿਹਦੇ ਕਰਕੇ ਤਿੰਨੇ ਰੂਪ ਉਮਾ, ਰਮਾ, ਸਰਸਵਤੀ, ਇਹ ਤਿੰਨਾਂ ਰੂਪਾਂ ਵਿੱਚ ਵੀ ਹੈ ਬਾਣੀ। ਤਾਕੋ ਨਮੋ ਹਮਾਰ। ਉਸ ਸਤਿਗੁਰ ਜੀ ਦੀ ਧੁਰ ਕੀ ਬਾਣੀ ਨੂੰ ਮੈਂ ਕਵੀ ਭਾਈ ਸੰਤੋਖ ਸਿੰਘ ਜੀ ਦੀ ਨਮਸਕਾਰ ਹੈ। ਸੱਚ ਕੀ ਬਾਣੀ ਨੂੰ ਸ੍ਰੀ ਬਾਲਾ ਸੰਦੁਰਵਾਚ ਚੌਪਈ। ਜਸ ਪ੍ਰਕਾਰ ਕਛ ਸਮਾ ਬਿਤਾਇਓ, ਅਸ ਪ੍ਰਕਾਰ ਕਛ ਸਮਾ ਬਿਤਾਇਓ। ਭਾਈ ਬਾਲਾ ਜੀ ਸੰਧੂ ਗੋਤ ਦੇ ਕਥਨ ਕਰਦੇ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਸੀ, ਜਿਸ ਕਰਕੇ ਕਹਿੰਦੇ ਮਹਾਰਾਜ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਵਿੱਚ ਮੋਦੀ ਖਾਨੇ ਦੀ ਕਿਰਤ ਕਰਦਿਆਂ ਕੋਈ ਸਮਾਂ ਬਿਤਾਇਆ ਹੈ। ਤੇ ਉੱਧਰ ਮਾਤਾ ਸੁਲੱਖਣੀ ਜੀ ਗੁਰੂ ਜੀ ਦਾ ਇਹ ਵਿਹਾਰ ਵੇਖ ਕੇ ਭੈਣ ਨਾਨਕੀ ਕੋ ਗਏ ਸੀ। ਉਹਨਾਂ ਕਿਹਾ ਵੀ ਤੁਸੀਂ ਉਹਨਾਂ ਦੇ ਭਲੇ ਵਿੱਚ ਹੀ ਰਹੋ, ਆਗਿਆ ਵਿੱਚ ਰਹੋ। ਘਰ ਆ ਗਏ ਸੀ, ਚੋਪੀ ਕੀਤੇ ਹੋਏ ਸਨ, ਕੁਝ ਦਿਨ ਲੰਘੇ ਹੈ। ਇੱਧਰ ਮਾਤਾ ਨਾਨਕੀ ਜੀ ਦੀ ਗੱਲ ਮੰਨ ਕੇ ਮਾਤਾ ਸੁਲੱਖਣੀ ਜੀ ਨੇ ਵੀ ਇਸ ਤਰ੍ਹਾਂ ਕੁਝ ਸਮਾਂ ਚੁੱਪ ਕੀਤਿਆਂ ਨਗਾਇਆ ਹੈ। ਮਿਲਨ ਹੇਤ ਤਬ ਮੂਲਾ ਆਇਓ। ਇੱਧਰੋਂ ਮਿਲਣ ਦੇ ਵਾਸਤੇ ਮਾਤਾ ਸੁਲੱਖਣੀ ਜੀ ਦੇ ਪਿਤਾ ਮੂਲ ਚੰਦ ਜੀ ਪੱਖੋ ਕੇ ਰੰਧਾਵਾ ਤੋਂ ਚੱਲ ਕੇ ਆਇਆ ਹੈ ਸੁਲਤਾਨਪੁਰ। ਸਦਨ ਸੁਤਾ ਕੇ ਪਰ ਵਿਸ਼ਿਉ ਜਬ ਹੀ। ਜਦੋਂ ਆਪਣੀ ਸਪੁੱਤਰੀ ਸੁਲੱਖਣੀ ਦੇ ਘਰ ਪ੍ਰਵੇਸ਼ ਕੀਤਾ, ਦਰਵਾਜ਼ੇ ਥਾਣੀ ਲੰਘਿਆ ਹੈ ਮੂਲ ਚੰਦ। ਉਮਗਿਓ ਨਿਹੋ ਅਧਿਕ ਮਨ ਤਬਹੀ। ਉਮਗਿਓ ਨਿਹੋ ਅਧਿਕ ਮਨ ਤਬਹੀ। ਤਦੋਂ ਆਪਣੀ ਪੁੱਤਰੀ ਨੂੰ ਵੇਖ ਕੇ ਆ ਮਨ ਵਿੱਚ ਬੜਾ ਮੋਹ ਪਿਆਰ ਆਇਆ ਹੈ। ਮੋਹ ਪਿਆਰ ਉਛਲਿਆ ਹੈ ਪੁੱਤਰੀ ਵੱਲ ਵੇਖ ਕੇ। ਉੱਠੀ ਸੁਲੱਖਣੀ ਲੋਚਨ ਨੀਰਾ। ਮਾਤਾ ਸੁਲੱਖਣੀ ਜੀ ਪਿਤਾ ਜੀ ਆ ਗਏ ਹੈ, ਵੇਖ ਕੇ ਉੱਠੇ ਹੈ ਤੇ ਅੱਖਾਂ ਦੀਆਂ ਭਰ ਆਈਆਂ ਹੈ, ਅੱਖਾਂ 'ਚ ਅਥਰੂ ਜੇ ਆ ਗਏ ਹੈ। ਭਰ ਆਵਾ ਔਰ ਭਈ ਅਧੀਰਾ। ਆ ਨੇਤਰਾਂ 'ਚ ਜਲ ਜਿਹਾ ਭਰ ਆਇਆ ਹੈ
ਧੀਰਜਤਾ ਤੋਂ ਰਹਿਤ ਹਿਰਦੇ ਵਿੱਚ ਹੋਈ ਹੈ ਬੇਹੌਸਲੀ ਜਹੇ। ਪਿਤ ਸੋ ਮਿਲ ਰੋਵਨ ਬਹੁ ਲਾਗੀ। ਪਿਤਾ ਜੀ ਦੇ ਗਲ ਮਿਲ ਕੇ ਮਾਤਾ ਸੁਲੱਖਣੀ ਜੀ ਦੇ ਬਹੁਤ ਰੋਣ ਲੱਗੀ ਹੈ। ਮਨ ਦੁਖ ਤੇ ਜਨ ਕਰੁਣਾ ਭਾਗੀ। ਮਾਨੋ ਕਿ ਮਨ ਦੇ ਵਿੱਚ ਇੰਨਾ ਦੁੱਖ ਹੈ, ਦੁੱਖ ਦੇ ਨਾਲ ਤੇ ਕਰੁਣਾ ਜਿਹੜਾ ਦਇਆ ਜਾਂ ਰਸ ਨਾ ਤਰਸ ਰਸ ਉਹਦੇ ਵਿੱਚ ਭੇਜੀ ਗਏ ਹੈ ਮਾਤਾ ਜੀ। ਅਸ਼ਰ ਤਪਾਤ ਸੌਂਖ ਚੀਰ ਪਿਗੋਵਾ। ਕਿੱਦਾਂ ਪੜ੍ਹਨਾ ਹੈ? ਅਸ਼ਰ ਪਾਤ ਸੋ ਚੀਰ ਪਿਗੋਵਾ। ਅਥਰੂ ਜਿਹਾ ਨਾਲ ਮਾਤਾ ਸੁਲੱਖਣੀ ਜੀ ਨੇ ਤੇ ਆਪਣੇ ਜਿਹੜੇ ਕੱਪੜੇ ਉਹ ਸਾਰੇ ਭਿਉਂ ਹੀ ਲਏ ਅਥਰੂ ਕੇਰਦਿਆਂ। ਜਨ ਦੁਖ ਆਪਣੋ ਮਿਲ ਮਲ ਧੋਵਾ। ਜਨ ਦੁਖ ਆਪਣਾ ਮਲ ਮਲ ਧੋਵਾ। ਮਾਨੋ ਕਿ ਜਿਹੜਾ ਆਪਣਾ ਦੁੱਖ ਰੂਪੀ ਕੱਪੜਾ ਹੈ ਉਹ ਅਥਰੂਆਂ ਦੇ ਜਲ ਨਾਲ ਮਲ ਮਲ ਕੇ ਧੋਇਆ ਹੈ। ਬਹੁਰ ਬੈਸ ਕਰ ਪਿਤਾ ਬਸਾਵਾ। ਮੁੜ ਕੇ ਆਪ ਬਹਿ ਕੇ ਤੇ ਪਿਤਾ ਜੀ ਨੂੰ ਵੀ ਕਿਹਾ ਕਿ ਤੁਸੀਂ ਬੈਠ ਜੋ, ਕੋਲ ਬਿਠਾ ਲਿਆ ਹੈ। ਨਿਜ ਦੁਖ ਕਰਮ ਕਰਮ ਸਭੈ ਸੁਨਾਵਾ। ਆਪਣਾ ਜਿਹੜਾ ਦੁੱਖ ਹੈ ਉਹ ਹੌਲੀ ਹੌਲੀ ਨੰਬਰਵਾਰ ਸਾਰਾ ਹੀ ਸੁਣਾਇਆ ਹੈ। ਮੋਚਨ ਲੋਚਨ ਬੂੰਦਨ ਨੀਰਾ। ਜਿਹੜਾ ਅਥਰੂ ਹੈ ਨਾ ਅੱਖਾਂ ਵਿੱਚੋਂ ਉਹਦੀਆਂ ਬੂੰਦਾਂ ਨੇਤਰਾਂ ਵਿੱਚੋਂ ਐਵੇਂ ਕੇਰਦੇ ਆ, ਸੁੱਟਦੇ ਆ ਧਰਤੀ ਉੱਪਰ। ਕਹਿਤ ਬਚਨ ਕੋ ਹੋਤ ਅਤੀਰਾ। ਬਚਨਾਂ ਨੂੰ ਕਹਿ ਰਹੇ ਹੈ, ਧੀਰਜਤਾ ਤੋਂ ਰਹਿਤ ਹੋ ਰਹੇ ਹੈ, ਬੇਹੌਸਲੇ ਹੋ ਰਹੇ, ਹੌਕੇ ਜੇ ਭਰਦੇ ਹਨ। ਸੁਨ ਪਿਤ ਭਲੇ ਸੰਗ ਹੋਂ ਲਾਈ। ਇਹ ਪਿਤਾ ਜੀ ਸੁਣੋ, ਆ ਚੰਗੇ ਪਤੀ ਦੇ ਨਾਲ ਚੰਗੇ ਮਾਲਕ ਦੇ ਗਲ ਲਾਇਆ ਤੁਸੀਂ ਮੈਨੂੰ। ਜਿਹ ਨਿਕੇਤ ਕੀ ਚਿੰਤ ਨਾ ਕਾਈ। ਆ ਜਿਸ ਮੇਰੇ ਪਤੀ ਮਾਲਕ ਗੁਰੂ ਨਾਨਕ ਸਾਹਿਬ ਨੂੰ ਮੇਰੀ ਤੇ ਕੋਈ ਚਿੰਤਾ ਨਹੀਂ ਹੈ, ਨਾ ਘਰ ਦੀ ਕੋਈ ਚਿੰਤਾ ਹੈ। ਕਰ ਸੰਬੰਧ ਡੋਬ ਤੁਮ ਦੀਨੀ। ਆ ਚੰਗਾ ਰਿਸ਼ਤਾ ਕੀਤਾ ਹੈ ਮੇਰਾ ਵਿਆਹ ਕਰਕੇ, ਤੇ ਆ ਪਿਤਾ ਜੀ ਤੁਸਾਂ ਨੇ ਤੇ ਮੈਨੂੰ ਡੋਬ ਹੀ ਦਿੱਤਾ ਹੈ। ਪੂਰਬ ਜਨਮ ਕਰਮ ਮੈਂ ਹੀਨੀ। ਮੈਂ ਤੇ ਇਹੀ ਜਾਣਦੀ ਪਿਛਲੇ ਕਰਮ ਹੀ ਮੇਰੇ ਮਾੜੇ ਐ, ਕਰਮਾਂ ਤੋਂ ਹੀਣੀ ਸੀ ਮੈਂ। ਮਾਸ ਏਕ ਦੋ ਪਹਿਰ ਬਿਤਾਵਹਿ। ਆ ਕੀ ਦੱਸਾਂ ਮੈਂ ਤੁਹਾਨੂੰ ਆਪਣੇ ਮਾਲਕ ਪਤੀ ਬਾਰੇ, ਤੇ 1-2 ਮਹੀਨਾ ਜਿਹੜਾ ਹੈ ਆ ਬਾਹਰ ਹੱਟ ਵਿੱਚ ਹੀ ਲੰਘਾ ਆਉਂਦੇ ਬਿਤਾ ਆਉਂਦੇ ਹੈ। ਕਬ ਨਾ ਸਦਨ ਮਹਿ ਬਦਨ ਦਿਖਾਵਹਿ। ਵੀ ਕਦੇ ਬੰਦਾ ਘਰ ਹੀ ਆ ਜਾਂਦਾ ਹੈ, ਘਰ ਵਿੱਚ ਵੀ ਆ ਕੇ ਇਹ ਕਦੇ ਮੁੱਖ ਨਹੀਂ ਦਿਖਾਉਂਦੇ, 1-2 ਮਹੀਨਾ ਹੱਟ ਵਿੱਚ ਹੀ ਲੰਘਾ ਦਿੰਦੇ ਹਨ। ਜਿਉ ਨਿਸਬਸੈ ਆਨ ਪਰਦੇਸੀ। ਜਿਸ ਤਰ੍ਹਾਂ ਰਾਤ ਦੇ ਵਿੱਚ ਆ ਕੇ ਕੋਈ ਪਰਦੇਸੀ ਵਸਦਾ ਹੈ, ਭਾਵ ਜੇ ਕਿਤੇ ਆ ਵੀ ਜਾਂਦੇ ਹੈ ਐਵੇਂ ਆਉਂਦੇ ਜਿਵੇਂ ਆ ਪਰਦੇਸੀ ਕਿਤੇ ਲੰਘਦਾ ਹੋਵੇ ਤੇ ਇੱਕ ਰਾਤ ਹੀ ਕੱਟਣ ਆਵੇ ਘਰ ਵਿੱਚ। ਔਰ ਨਿਰਮੋਹ ਰੀਤ ਤਿਹ ਤੈਸੀ। ਜਿਵੇਂ ਰਾਤ ਦੇ ਸਮੇਂ ਉਹ ਪਰਦੇਸੀ ਆ ਕੇ ਵਸਦਾ ਹੈ, ਇਸੇ ਤਰ੍ਹਾਂ ਹੀ ਤੈਸੀ ਇਹਨਾਂ ਦੀ ਰੀਤੀ ਹੈ। ਹਿਰਦੇ ਵਿੱਚ ਕਿਤੇ ਵਰਤਾ ਮੋਹ ਨਹੀਂ ਹੈ ਮੇਰਾ ਕਿ ਮੇਰੀ ਪਤਨੀ ਲੱਗਦੇ ਹੈ, ਹਿਰਦੇ ਕਰਕੇ ਨਿਰਮੋਹ ਹੈ, ਕਿਤੇ ਮੇਰਾ ਪ੍ਰੇਮ ਨਹੀਂ ਕਰਦੇ। ਅਨਗਨ ਧਨ ਆਪਨ ਪਰ ਆਵਹਿ। ਤੇ ਵੇਖੋ ਪਿਤਾ ਜੀ ਆ ਹੱਟ ਦੇ ਵਿੱਚ ਵੀ ਅਣਗਿਣਤੀ ਜਿਹੜਾ ਪੈਸਾ ਆਉਂਦਾ ਹੈ। ਸਰਬ ਸਦਨ ਤੇ ਬਹਿਰ ਲੁਟਾਵਹਿ। ਸਾਰਾ ਜਿਹੜਾ ਪੈਸਾ ਆਉਂਦਾ ਘਰ ਦੇ ਬਾਰ-ਬਾਰ ਹੀ ਲੁਟਾ ਦਿੰਦੇ ਆ, ਆ ਫਕੀਰਾਂ ਫਕਰਾਂ ਨੂੰ ਹੀ ਵੰਡ ਛੱਡਦੇ ਹੈ। ਸੁਤੈ ਕ੍ਰਿਤ ਕੋ ਕਰਤ ਨਿਸ਼ੰਕਾ। ਸੁੱਤੇ ਸੇਧੀ ਆ ਮੋਦੀ ਖਾਨੇ ਜਿਹੜੇ ਕੰਮ ਨੂੰ ਬਿਨਾਂ ਡਰ ਤੋਂ ਹੀ ਕਰਦੇ ਐ, ਕਿਤੇ ਰਤਾ ਨਹੀਂ ਹੈ ਡਰ ਕਿਸੇ ਦਾ। ਕੋ ਸਮਝਾਏ ਨਾ ਰਹਿ ਸਸ਼ੰਕਾ। ਵੀ ਇੱਥੇ ਉਹਨਾਂ ਦੇ ਭਾਈ ਆ ਜੈ ਰਾਮ ਜੀ ਹੈ, ਆ ਉਹਨਾਂ ਦੇ ਭੈਣ ਨਾਨਕੀ ਜੀ ਹੈ, ਸਾਥੀ ਭਾਈ ਬਾਲਾ ਜੀ ਹੈ, ਫਿਰ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਹਨ।
ਕੋਈ ਨਹੀਂ ਇਹਨਾਂ ਨੂੰ ਸਮਝਾਉਂਦਾ, ਸਗੋਂ ਡਰਦੇ ਰਹਿੰਦੇ ਸਾਰੇ ਇਹਨਾਂ ਤੋਂ। ਗ੍ਰਸਤ ਰੀਤ ਤੇ ਨੀਤ ਕੁਢਾਲੀ। ਵੀ ਕੁਢਾਲੀ ਗ੍ਰਹਿਸਥਾਂ ਦੀ ਜਿਹੜੀ ਰੀਤੀ ਹੈ ਵੀ ਆਉਣਾ ਘਰ ਵਿੱਚ ਹੱਸ ਕੇ ਬੋਲਣਾ, ਕੁਝ ਲਿਆਉਣਾ ਕੁਝ ਦੇਣਾ, ਕਈ ਕੰਮਕਾਰ ਹੁੰਦੇ ਘਰ ਦੇ। ਗ੍ਰਹਿਸਥਾਂ ਦੀ ਜਿਹੜੀ ਰੀਤੀ ਹੈ ਨਾ, ਪਰਿਵਾਰ 'ਚ ਕਿਵੇਂ ਵਿਚਰਨਾ ਹੈ, ਉਤੋਂ ਤੇ ਇਹਨਾਂ ਆਪਣੀ ਜਿਹੜੀ ਨੀਤੀ ਹੈ ਉਹਦੇ ਹੋਰ ਹੀ ਚਾਲ ਦੀ ਕੀਤੀ ਹੋਈ ਹੈ। ਉਲਟੇ ਹੀ ਭਾਵ ਵਾਲੇ ਹਨ, ਕਿਤੇ ਰਤਾ ਨਹੀਂ ਕਰਦਾ ਮੋਹ ਪ੍ਰੇਮ। ਮਨ ਬਨਿਓ ਫਜ਼ੂਲਨ ਸਾਲੀ। ਮਾਨੋ ਕਿ ਪਿਤਾ ਜੀ ਫਜ਼ੂਲੀ ਦਾ ਤੇ ਘਾਰੀ ਬਣੇ ਹੋਏ ਮੇਰੇ ਮਾਲਕ ਗੁਰੂ ਨਾਨਕ ਸਾਹਿਬ। ਮੇਲੀ ਸਦਾ ਵਿਸ਼ਾਲ ਫਕੀਰਾਣਾ। ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਫਕੀਰ ਫਕਰ ਹੈ, ਸਾਧੂ ਲੋਕ, ਨੰਗ ਮਲੰਗ, ਉਹਨਾਂ ਨਾਲ ਇਹਨਾਂ ਦਾ ਸਦਾ ਹੀ ਮੇਲ ਮਿਲਾਪ ਹੈ, ਉਹਨਾਂ ਦੇ ਬੜੇ ਮੇਲੀ ਹਨ। ਘਰ ਕੀ ਬੁਝੈ ਪੀਰ ਅਪੀਰ ਨਾ। ਤੇ ਘਰ ਦੇ ਵਿੱਚ ਦੇ ਕਦੇ ਦੁੱਖ ਨਹੀਂ ਸੁੱਖ ਨਹੀਂ, ਕੁਝ ਨਹੀਂ ਪੁੱਛਦੇ ਵੀ ਸੁਲੱਖਣੀ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਕਿ ਨਹੀਂ, ਤੂੰ ਕਿਵੇਂ ਰਹਿੰਦੀ ਹੈ, ਠੀਕ ਹੈ ਕਿ ਨਹੀਂ ਠੀਕ ਹੈ। ਦੁੱਖ ਹੋਵੇ ਸੁੱਖ ਹੋਵੇ ਘਰ ਦੀ ਤੇ ਨਹੀਂ ਕੁਝ ਪੁੱਛਦੇ। ਨਹਿਰੰਚਕ ਪਰ ਮਮ ਸਤਕਾਰ। ਪਿਤਾ ਜੀ ਜਿਸ ਦਿਨ ਦੀ ਮੈਂ ਵਿਆਹੀ ਆ ਗਈ ਹਾਂ, ਕਿਤੇ ਭੋਰਾ ਮਾਤਰ ਵੀ ਮੇਰਾ ਘਰ ਵਿੱਚ ਸਤਿਕਾਰ ਨਹੀਂ ਕੀਤਾ ਇਹਨਾਂ। ਸਹੁ ਹਿਰਦੈ ਸਦਹੀ ਦੁਖ ਭਾਰਾ। ਸਦਾ ਹੀ ਜਿਹੜਾ ਭਾਰਾ ਦੁੱਖ ਹੈ ਉਹੀ ਮੈਂ ਹਿਰਦੇ ਵਿੱਚ ਸਹਾਰ ਰਹੀ ਹਾਂ। ਸੁਨਤ ਸੁਤਾ ਕੀ ਬੈਨ ਦੁਖਾਰੇ। ਸੁਨਤ ਸੁਤਾ ਕੀ ਬੈਨ ਦੁਖਾਰੇ। ਸੁਣ ਕੇ ਪੁੱਤਰੀ ਦੇ ਬਚਨ ਦੁੱਖ ਭਰੇ। ਮੂਲੇ ਅਛਰ ਲੋਚਨ ਡਾਰੇ। ਇੱਧਰ ਜੋ ਪਿਤਾ ਹੈ ਮੂਲ ਚੰਦ ਜੀ, ਮਾਤਾ ਸੁਲੱਖਣੀ ਜੀ ਦੇ ਆਪਣੀ ਧੀ ਦੇ ਬਚਨ ਸੁਣਿਆ ਦੁੱਖਾਂ ਦੇ ਭਰੇ, ਨਾਲੇ ਵੇਖਦਾ ਵੀ ਮੇਰੀ ਧੀ ਰੋ ਰਹੀ ਹੈ। ਵੇਖ ਵੇਖ ਕੇ ਮੂਲ ਚੰਦ ਦੇ ਜਿਹੜੇ ਅੱਖਾਂ ਦੇ ਵਿੱਚੋਂ ਵੀ ਅਥਰੂ ਜਿਹਾ ਆ ਗਏ ਹੈ, ਉਹ ਵੀ ਅਥਰੂ ਸੁੱਟਦੇ ਆ ਧਰਤੀ ਉੱਪਰ। ਯਾਰ ਬਾਰ ਗਇਓ ਹਿਰਦੇ ਕੇ ਮਾਹੀ। ਹਿਰਦੇ ਦੇ ਵਿੱਚ ਸੜ ਮੱਚ ਗਿਆ ਵੀ ਆ ਇਹੋ ਜਿਹਾ ਜਵਾਈ ਸਾਨੂੰ ਮਿਲਿਆ ਹੈ। ਅਧਿਕ ਰੋਸ ਕਰਕੇ ਪਛਤਾਹੀ। ਹਿਰਦੇ ਵਿੱਚ ਰੋਸ ਕਰਕੇ ਬੜਾ ਪਛਤਾਉਂਦਾ ਹੈ ਵੀ ਆ ਕਿੱਥੇ ਮੈਂ ਰਿਸ਼ਤਾ ਕਰ ਬੈਠਾ ਹਾਂ। ਕਾਲੂ ਕਿਆ ਮੂਲਾ ਜੋ ਕ੍ਰੋਧੀ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜੋ ਪਿਤਾ ਕਾਲੂ ਜੀ ਸਨ ਉਹ ਬੜਾ ਕੀ ਕ੍ਰੋਧੀ ਹੈ, ਜਿੰਨਾ ਵੀ ਗੁਰੂ ਜੀ ਦਾ ਸਹੁਰਾ ਮੂਲ ਚੰਦ ਕ੍ਰੋਧੀ ਹੈ। ਭਾਵ ਕਿ ਮਹਾਰਾਜ ਦੇ ਪਿਤਾ ਜੀ ਦਾ 10% ਵੀ ਕ੍ਰੋਧੀ ਨਹੀਂ ਹਨ, ਇੱਧਰ ਤੇ 100% ਹੀ ਕ੍ਰੋਧ ਚੜਿਆ ਰਹਿੰਦਾ ਹੈ। ਕੀ ਹੈ, ਪਿਤਾ ਮਹਾਰਾਜ ਜੀ ਦੇ ਕਾਲੂ ਜੀ ਕ੍ਰੋਧੀ, ਸਹੁਰਾ ਜੀ ਤੇ ਬੇਅੰਤੀ ਕ੍ਰੋਧੀ ਹਨ। ਨਹ ਜਾਣ ਹੈ ਸ੍ਰੀ ਨਾਨਕ ਸੋਧੀ। ਉਧਰ ਤੇ ਕਲਿਆਣ ਚੰਦ ਜੀ ਨੂੰ ਤੇ ਸਮਝਾ ਦਿੰਦੇ ਸੀ, ਜਿਹੜੇ ਕਦੀ ਰਾਏ ਬਲਾਰ ਸਮਝਾ ਦਿੰਦਾ ਸੀ ਵੀ ਕਲਿਆਣ ਚੰਦ ਤੇਰੇ ਸਪੁੱਤਰ ਨਹੀਂ, ਇਹਦੇ ਅੱਲਾ ਦੇ ਰੂਪ ਹੈ, ਖੁਦਾ ਵੀ ਆਇਆ ਹੋਇਆ ਹੈ। ਜੇ ਪੰਡਿਤ ਹਰਦਿਆਲ ਉਹ ਵੀ ਕਹਿੰਦਾ ਵੀ ਇਹ ਤੇ ਅਵਤਾਰ ਹੈ ਮੂਲ ਕਲਿਆਣ ਚੰਦ, ਤੂੰ ਇਹਨਾਂ ਤੇ ਸ਼ੰਕਾ ਨਾ ਕਰਿਆ ਕਰ। ਜੇ ਗੋਪਾਲ ਚੰਦ ਜਿਹੜਾ ਗੋਪਾਲ ਪਾਂਧਾ ਸੀ ਉਹ ਵੀ ਇਹੀ ਕਹਿੰਦਾ ਵੀ ਅਵਤਾਰ ਹਨ। ਹਰਦਾਸ ਵੈਦ ਨੇ ਕਿਹਾ ਵੀ ਇਹ ਅਵਤਾਰ ਹਨ। ਕੁਤਬੁੱਦੀਨ ਮੁੱਲੇ ਨੇ ਕਿਹਾ ਵੀ ਇਹ ਖੁਦਾ ਦੇ ਰੂਪ ਹੈ, ਇਹਨਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਉਧਰ ਸਮਝਾ ਦਿੰਦੇ ਸੀ ਤੇ ਸ਼ਾਂਤੀ ਹੋ ਜਾਂਦੀ ਸੀ ਕ੍ਰੋਧ ਦੀ। ਹੁਣ ਇੱਧਰ ਜੋ ਸਹੁਰਾ ਹੈ ਮੂਲ ਚੰਦ ਮਹਾਰਾਜ ਜੀ ਦਾ, ਉਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਤੇ ਭੂਰਾ ਮਾਤਰ ਵੀ ਖਬਰਸਾਰ ਨਹੀਂ ਜਾਣਦਾ ਵੀ ਇਹ ਕੌਣ ਹਨ। ਹਿਰਦੇ ਸੁਤਾ ਕੇ ਧੀਰਜ ਦੀਨਾ। ਆਪਣੀ ਪੁੱਤਰੀ ਦੇ ਹਿਰਦੇ ਵਿੱਚ ਧੀਰਜ ਦਿੱਤੀ ਵੀ ਧੀਏ ਤੂੰ ਚੁੱਪ ਕਰ, ਮੈਂ ਜਾਨਾ ਜੈ ਰਾਮ ਕੋ ਹੁਣੇ। ਉਠਿਓ ਆਪ ਰਿਸ ਮੈਂ ਮਨ ਲੀਨਾ। ਮਨ ਦੇ ਵਿੱਚ ਗੁੱਸੇ ਦੇ ਵਿੱਚ ਬਹੁਤ ਆਈ, ਮਨ ਜਾ ਕਰਕੇ ਲੀਨ ਜਾ ਹੋ ਕੇ
ਕ੍ਰੋਧਾ ਭਰਿਆ ਉੱਠਿਆ ਹੈ ਮਹਾਰਾਜ ਜੀ ਦਾ ਸਹੁਰਾ। ਗਇਓ ਜਰਾਮ ਪਾਸ ਤਤਕਾਲਾ। ਇੰਨਾ ਗੁੱਸਾ ਹੈ, ਕੋਈ ਪਾਣੀ ਨਹੀਂ ਧਾਣੀ ਨਹੀਂ, ਤੇ ਚੱਲਦਿਆਂ ਹੋਇਆਂ ਬੜੀ ਛੇਤੀ ਮਹਾਰਾਜ ਜੀ ਦੇ ਜੋ ਜੀਜਾ ਜੀ ਹਨ ਭਾਈਆ ਜੈ ਰਾਮ ਉਹਦੇ ਘਰ ਚਲਿਆ ਗਿਆ। ਮੁਖ ਬੋਲਤ ਦੁਰਬਾਕ ਵਿਸਾਲਾ। ਮੁਖੋਂ ਬੋਲਦਾ ਹੈ ਬੜੇ ਮਾੜੇ ਬਚਨ। ਤੇ ਛਿਨ ਸ਼੍ਰੀ ਨਾਨਕ ਜੈ ਰਾਮਾ। ਜਦੋਂ ਮੂਲ ਚੰਦ ਗਏ ਹੈ ਭਾਈਆ ਜੈ ਰਾਮ ਜੀ ਦੇ ਘਰ, ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਭਾਈਆ ਜੈ ਰਾਮ ਜੀ ਇਕੱਠੇ ਸਨ ਬੈਠੇ ਹੋਏ। ਵੈਸੇ ਏਕ ਥਾਨ ਅਬਰਾਮਾ। ਸੋਹਣੇ ਥਾਂ ਤੇ ਇੱਕ ਵਧੀਆ ਜੇ ਥਾਂ ਤੇ ਇਕੱਠੇ ਹੋ ਕੇ ਇੱਕ ਰੂਪ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜੈ ਰਾਮ ਜੀ ਬੈਠੇ ਹੋਏ ਸੀ। ਜਬ ਹੈ ਬਿਲੋਕਿਓ ਮੂਲਾ ਆਵਾ। ਜਦੋਂ ਜੈ ਰਾਮ ਜੀ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਵੀ ਮੂਲ ਚੰਦ ਆਇਆ ਹੋਇਆ ਹੈ, ਸਨਮਾਨਿਓ ਆਸਨ ਬੈਸਾਵਾ। ਬੜਾ ਸਨਮਾਨ ਕੀਤਾ ਹੈ। ਭਾਈਆ ਜੈ ਰਾਮ ਜੀ ਵੀ ਅੱਗੇ ਹੋ ਕੇ ਮਿਲੇ ਹੈ, ਗੁਰੂ ਨਾਨਕ ਸਾਹਿਬ ਜੀ ਵੀ ਅੱਗੇ ਹੋ ਕੇ ਮਿਲੇ ਹੈ, ਸਨਮਾਨ ਕਰਕੇ ਬਿਠਾਇਆ ਹੈ। ਬੈਸਤ ਬੋਲਿਓ ਗਿਰਾ ਕਠੋਰਾ। ਆ ਬੈਠਦਿਆਂ ਸਾਰੀ ਬੋਲਿਆ ਬੜੇ ਸਖਤੀ ਦੇ ਬਚਨ। ਸੁਣ ਜਰਾਮ ਤੋਂ ਦੁਸ਼ਮਨ ਮੋਰਾ। ਉਹ ਸੁਣ ਜੈ ਰਾਮ ਤੂੰ ਤੇ ਮੇਰਾ ਵੱਡਾ ਹੀ ਦੁਸ਼ਮਣ ਹੈ। ਪੂਰਬ ਜਨਮ ਸਤਤਰਾ ਤੇਰੀ। ਪੂਰਬ ਜਨਮ ਸਤਰਤਾ ਤੇਰੀ। ਆ ਜੈ ਰਾਮ ਸੁਣ ਮੇਰੀ ਗੱਲ, ਤੂੰ ਤੇ ਮੇਰਾ ਵੱਡਾ ਦੁਸ਼ਮਣ ਹੈ। ਤੇਰੀ ਮੇਰੀ ਪਿਛਲੇ ਜਨਮ ਦੀ ਕੋਈ ਪੁਰਾਣੀ ਦੁਸ਼ਮਣੀ ਹੈ। ਜਾਂ ਤੇ ਦਸ਼ਾ ਕਰੀ ਅਸ ਮੇਰੀ। ਇਸੇ ਕਰਕੇ ਤੂੰ ਆ ਮੇਰੀ ਭੈੜੀ ਹਾਲਤ ਇਹੋ ਜਿਹੀ ਹਾਲਤ ਕਰ ਦਿੱਤੀ ਹੈ। ਯਹ ਜੋ ਸਦਾ ਫਕੀਰਨ ਸੰਗੀ। ਆ ਜੋ ਤੇਰਾ ਰਿਸ਼ਤੇਦਾਰ ਹੈ ਸਾਡਾ ਜਮਾਈ ਸ੍ਰੀ ਗੁਰੂ ਨਾਨਕ ਦੇਵ, ਆ ਜੋ ਸਦਾ ਹੀ ਆ ਫਕੀਰ ਨੰਗ ਮਲੰਗਾ ਦਾ ਸੰਗੀ ਸਾਥੀ ਹੈ। ਤਾਂ ਕੇ ਹੇਤ ਸਤਾ ਮੁਰ ਮੰਗੀ। ਵੀ ਉਸ ਦੇ ਵਾਸਤੇ ਤੂੰ ਜਿਹੜੀ ਮੇਰੀ ਧੀ ਸੀ ਸੁਲੱਖਣੀ ਇੰਨੀ ਭਾਗਾਂ ਵਾਲੀ ਵੀ ਮੰਗੀ ਸੀ। ਜਿਸ ਤੇਰੇ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਦਾ ਤੇ ਆ ਫਕੀਰਾਂ ਨਾਲ ਹੀ ਮੇਲ ਜੋਲ ਹੈ। ਬਨ ਹੈ ਫਕੀਰ ਏਕ ਦਿਨ ਮਾਹੀ। ਮੈਂ ਤੇ ਵੇਖ ਲਿਆ ਆਪਣੀ ਧੀ ਤੋਂ ਸੁਣ ਕੇ, ਮੈਨੂੰ ਤੇ ਪੱਕਾ ਯਕੀਨ ਹੋ ਗਿਆ ਵੀ ਇੱਕ ਦਿਨ ਮੇਰੇ ਜਵਾਈ ਨੇ ਫਕੀਰ ਬਣ ਜਾਣਾ। ਫਕਰ ਰੁਚਿਤ ਕਰ ਹੈ ਸਭ ਸੰਸੈ ਨਾਹੀ। ਕਿਉਂਕਿ ਜਿਹੜਾ ਕੋਈ ਜਿਸ 'ਚ ਰੁਚੀ ਕਰੇ ਨਾ ਉਹ ਸੰਸਾ ਨਹੀਂ ਹੈ ਵੀ ਉਹ ਉਹੋ ਜਿਹੇ ਕੰਮਕਾਰ ਕਰਦਾ ਹੈ ਜਿਹਦੇ ਵਿੱਚ ਉਹਦੀ ਰੁਚੀ ਹੋਵੇ। ਜਿਹੋ ਜਿਹਾ ਮਨ 'ਚ ਭਾਵਨਾ ਹੋਵੇ ਇਹਦੇ ਵਿੱਚ ਤੇ ਕੋਈ ਸੰਸਾ ਨਹੀਂ ਹੈ, ਉਹੋ ਜਿਹੇ ਕੰਮਕਾਰ ਕਰਦਾ ਹੈ। ਜਾਂ ਕੋ ਜਾਂ ਸੋ ਲਾਗਿਓ ਹੇਤਾ। ਕਿਉਂਕਿ ਸਿਆਣੇ ਕਹਿੰਦੇ ਐ ਜਿਸ ਨਾਲ ਹੇਤ ਲੱਗੇ ਨਾ ਪ੍ਰੇਮ ਪਿਆਰ ਜਿਹਾ। ਬਨਤ ਸੋ ਤਸ ਕਹਿ ਸਮਤ ਨਿਕੇਤਾ। ਸ੍ਰੇਸ਼ਟ ਮਤ ਦੇ ਘਰ ਸਿਆਣੇ ਪੁਰਸ਼ ਕਹਿੰਦੇ ਉਹ ਤੈਸੇ ਬਣ ਜਾਂਦਾ ਜਿਹਦਾ ਉੱਥੇ ਜਿੱਥੇ ਮੋਹ ਲੱਗਾ ਹੋਵੇ। ਜਿਵੇਂ ਗੁਰਬਾਣੀ 'ਚ ਹੀ ਬਚਨ ਆਉਂਦਾ, ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ। ਵੀ ਜੇ ਚੋਰ ਨੂੰ ਚੋਰ ਮਿਲ ਜਾਣ ਤੇ ਉਹ ਚੋਰ ਹੀ ਬਣ ਜਾਂਦਾ ਬੰਦਾ। ਯਾਰ ਮਿਲ ਜਾਣ ਯਾਰੀ ਕਰਨ ਲੱਗ ਪੈਂਦਾ। ਰੰਡੀਆਂ ਮਿਲ ਜਾਣ ਤੇ ਉਹ ਰੰਡੀਆਂ ਦੇ ਨਾਲ ਰੰਡੀਆਂ ਦੀ ਦੋਸਤੀ ਹੁੰਦੀ। ਗੁਰੂ ਜੀ ਦਾ ਵਚਨ ਹੈ, ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ। ਅਤੇ ਜਿਹੜੀਆਂ ਫਫੇ ਕੁੱਟਣੀਆਂ ਹੁੰਦੀਆਂ ਉਹਨਾਂ ਦੀਆਂ ਫਫੇ ਕੁੱਟਣਿਆਂ ਨਾਲ ਹੀ ਯਾਰੀ ਹੁੰਦੀ ਹੈ। ਭਾਵ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ। ਜੇ ਜੀ ਸੰਗਤ ਮਿਲਦੀ ਉਹ ਵੈਸਾ ਹੀ ਫਲ ਖਾਂਦਾ ਹੈ। ਅਤੇ ਮੂਲ ਚੰਦ ਮਹਾਰਾਜ ਜੀ ਦੇ ਸਹੁਰਾ ਕਹਿ ਰਹੇ ਹੈ ਵੀ ਮੈਂ ਤੇ ਵੇਖ ਲਿਆ ਵੀ ਇਹ ਫਕੀਰਾਂ ਨਾਲ ਇਹਨਾਂ ਦਾ ਬੈਣ ਖਲੋਣਾ ਹੈ। ਇੱਕ ਦਿਨ ਇਹਨਾਂ ਫਕੀਰ ਹੀ ਬਣ ਜਾਣਾ ਹੈ। ਸਿਆਣੇ ਕਹਿੰਦੇ ਜਿਹਦਾ ਜਿੱਥੇ ਪ੍ਰੇਮ ਲੱਗ ਜੇ ਉਹ ਇੱਕ ਦਿਨ ਉਹੋ ਜਿਹਾ ਬਣ ਜਾਂਦਾ ਹੈ। ਜੇ ਹੋ ਲੱਛਣ ਜਾਣਤ ਐਸੇ। ਬਾਕੀ ਜੈ ਰਾਮ ਜੇ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਦੇ ਲੱਛਣ ਜਾਣਦਾ। ਸੁਤਾ ਸੰਬੰਧ ਕਰਤ ਕਹੋ ਕੈਸੇ। ਫਿਰ ਕਿਸ ਤਰ੍ਹਾਂ ਮੈਂ ਆਪਣੀ ਧੀ ਦਾ ਰਿਸ਼ਤਾ ਕਰਦਾ।
ਆ ਭੁੱਲ ਕੇ ਵੀ ਨਾ ਕਰਦਾ। ਆਪਨ ਪਰ ਆਵਤ ਬਹੁ ਦਰਬਾਰ। ਆ ਮੇਰੀ ਪੁੱਤਰੀ ਸੁਲੱਖਣੀ ਨੇ ਦੱਸਿਆ ਮੈਨੂੰ ਕਿ ਹੱਟ ਦੇ ਉੱਤੇ ਤੇ ਪਿਤਾ ਜੀ ਬਹੁਤ ਪੈਸਾ ਵਰਦਾ ਹੁੰਦਾ ਹੈ। ਬਾਤ ਲੁਟਾਏ ਫਕੀਰਨ ਸਰਬਾ। ਉਹ ਸਾਰਾ ਪੈਸਾ ਫਕੀਰਾਂ ਸਾਧੂਆਂ ਦੇ ਉੱਪਰ ਹੀ ਔਰ ਵਿਅਰਥੀ ਲੁਟਾਈ ਜਾਂਦੇ ਐ। ਕਦੀ ਕਿਸੇ ਸਾਧੂ ਨੂੰ ਕੁਝ ਦੇਤਾ, ਕਦੀ ਕਿਸੇ ਸਾਧੂ ਨੂੰ ਕੁਝ ਦੇਤਾ। ਪੂਰਬ ਜਨਮ ਕਰੇ ਅਗ ਭਾਰੀ। ਜੈ ਰਾਮ, ਮੈਂ ਤੈਨੂੰ ਤੇ ਕੀ ਕਹਿਣਾ, ਮੈਂ ਤੇ ਆਪਣੀ ਗੱਲ ਕਰਦਾ ਵੀ ਪਿਛਲੇ ਜਨਮ ਵਿੱਚ ਮੇਰੀ ਧੀ ਨੇ ਤੇ ਮੈਂ ਕੋਈ ਮਾੜੇ ਵੱਡੇ ਪਾਪ ਕੀਤੇ ਹੈ। ਭਇਓ ਜਮਾਤਾ ਤੋ ਦੁਖਦਕਾਰੀ। ਇਸੇ ਕਰਕੇ ਦੁੱਖਾਂ ਨੂੰ ਦੇਣ ਵਾਲਾ ਸਾਡਾ ਜਮਾਈ ਤੇ ਮੇਰੀ ਧੀ ਦਾ ਪਤੀ ਹੋ ਗਿਆ ਹੈ। ਗੁਰੂ ਨਾਨਕ ਨੈਕ ਨਾਮਮ ਤਨਿਆ ਸਨਮਾਨਾ। ਜਿਸ ਦਿਨ ਦੀ ਮੇਰੀ ਧੀ ਵਿਆਹੀ ਹੋਈ ਹੈ, ਕਿਤੇ ਭੋਰਾ ਮਾਤਰ ਵੀ ਉਸਨੇ ਸਨਮਾਨ ਨਹੀਂ ਕੀਤਾ, ਕਿਤੇ ਹੱਸ ਕੇ ਨਹੀਂ ਬੋਲੇ। ਕਿਨਹਿ ਨਾ ਸਮਝਾਇਓ ਕਿਆ ਜਾਣਾ। ਉਹ ਜੈ ਰਾਮ, ਤੁਸੀਂ ਕੀ ਜਾਣਾ ਹੈ ਪਿਆ, ਤੁਹਾਡੇ ਪਿਤਾ ਰਹਿੰਦੇ ਹੋ, ਤੁਸੀਂ ਰਹਿੰਦੇ ਹੈ, ਤੁਹਾਡੀ ਸੁਪਤਨੀ ਰਹਿੰਦੀ ਹੈ, ਉਹਨਾਂ ਦਾ ਸਾਥੀ ਭਾਈ ਬਾਲਾ ਹੈ, ਪਿਆ ਕਿਸੇ ਨੇ ਨਹੀਂ ਸਮਝਾਇਆ ਬੁਝਾਇਆ ਵੀ ਐਵੇਂ ਨਹੀਂ ਚਾਹੀਦਾ। ਭਾਈ ਦੀਨ ਨਿਤ ਰਹਿਤ ਦੁਖਾਰੀ। ਆ ਕਿਵੇਂ ਵਿਚਾਰੀ ਮੇਰੀ ਧੀ ਗਰੀਬਣੀ ਹੋ ਕੇ ਰਹਿ ਰਹੀ ਹੈ ਤੇ ਦੁੱਖਾਂ ਦੇ ਨਾਲ ਹੀ ਰਹਿ ਰਹੀ ਹੈ ਹਮੇਸ਼ਾ। ਮਮ ਆਗੇ ਨਿਜ ਬਿਰਥਾ ਉਚਾਰੀ। ਬਿਰਥਾ ਉਚਾਰੀ। ਅੱਜ ਮੈਨੂੰ ਦੱਸਿਆ ਹੈ, ਮੈਂ ਆਇਆ ਹਾਂ ਤੇ ਉਹਨੇ ਆਪਣੀ ਸਾਰੀ ਪੀੜਾ ਮੈਨੂੰ ਸੁਣਾਈ ਹੈ, ਕਹੀ ਹੈ। ਉਪਾਲੰਬ ਨਿਸ਼ਠੁਰ ਜੁਗ ਸਾਨੀ। ਐਵੇਂ ਉਲਾਂਭਿਆਂ ਦੇ ਨਾਲ ਤੇ ਬੜੀ ਸਖਤੀ ਨਾਲ ਬਚਨ ਤੇ ਉਲਾਂਭਿਆਂ ਦੇ ਨਾਲ ਦੋਵੇਂ ਤਰ੍ਹਾਂ ਦੇ ਮਿਲੇ ਹੋਏ ਬਚਨ। ਇੱਧਰ ਮੂਲ ਚੰਦ ਗੁਰੂ ਜੀ ਦੇ ਸਹੁਰਾ ਨੇ ਭਾਈਆ ਜੈ ਰਾਮ ਜੀ ਨੂੰ ਸੁਣਾਏ ਹੈ। ਸੁਣੀ ਜਰਾਮ ਸ਼੍ਰੋਣ ਸਭ ਬਾਣੀ। ਭਾਈਆ ਜੈ ਰਾਮ ਜੀ ਨੇ ਕੰਨਾਂ ਵਿੱਚ ਬੜਾ ਧਿਆਨ ਦੇ ਕੇ ਉਹ ਗੱਲ ਸੁਣੀ ਹੈ। ਮਹਤਾ ਜੀ ਨਾ ਕੀਜੈ ਰੋਸੂ। ਭਾਈਆ ਜੈ ਰਾਮ ਜੀ ਕਹਿਣ ਲੱਗੇ, ਮੂਲ ਚੰਦ ਪਟਵਾਰੀ ਸਾਹਿਬ ਜੀ, ਅੱਜ ਤੁਸੀਂ ਕਿਸੇ ਗੱਲ ਦਾ ਰੋਸ ਨਾ ਕਰੋ। ਦੋਸ਼ ਅਰੋਪਹੁ ਨਹਿ ਬਿਨ ਦੋਸ਼ੂ। ਵੀ ਬਿਨਾਂ ਦੋਸ਼ ਤੋਂ ਬਿਨਾਂ ਗੁਨਾਹ ਤੋਂ ਐਵੇਂ ਨਾ ਸਾਡੇ ਤੇ ਦੋਸ਼ ਲਾਓ। ਕਿਸੂ ਵਸਤ ਕੀ ਕਮੀ ਨਾ ਆਜੂ। ਅੱਜ ਦੇ ਸਮੇਂ ਵਿੱਚ ਤੁਹਾਡੀ ਸੁਪੁੱਤਰੀ ਸੁਲੱਖਣੀ ਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ, ਕਮੀ ਨਹੀਂ ਹੈ। ਦਇਓ ਵਿਧਾਤਾ ਸਰਬ ਸਮਾਜੂ। ਜੋ ਫਲ ਵਰਦਾਤਾ ਪਰਮੇਸ਼ਰ ਹੈ, ਉਹਨੇ ਸਾਰਾ ਕੁਝ ਹੀ ਤੇਰੀ ਸੁਪੁੱਤਰੀ ਸੁਲੱਖਣੀ ਨੂੰ ਸਾਜੋ ਸਮਾਨ ਦਿੱਤਾ ਹੋਇਆ ਘਰ ਵਿੱਚ। ਤਸਨ ਬਸਨ ਭੂਖਨ ਧਨ ਭਾਰੀ। ਆ ਜਿਹੜੇ ਜਿਵੇਂ ਚੰਗਾ ਕੱਪੜਾ, ਚੰਗਾ ਭੋਜਨ, ਚੰਗੇ ਗਹਿਣੇ, ਫਿਰ ਬੜਾ ਭਾਰੀ ਧਨ ਵੀ ਦਿੱਤਾ ਹੈ। ਖਰਚਹਿ ਖਾਵਹਿ ਸੁਤਾ ਹਮ ਤੁਮਾਰੀ। ਤੇਰੀ ਜੋ ਸੁਪੁੱਤਰੀ ਸੁਲੱਖਣੀ ਹੈ, ਚੰਗਾ ਖਾਂਦੇ ਹੈ ਤੇ ਚੰਗਾ ਹੀ ਉਹ ਖੁੱਲਾ ਹੀ ਖਰਚ ਕਰਦੇ ਹੈ। ਜਾਹੇ ਵਸਤ ਕੋ ਕਾਜ ਜੋ ਉਰਾ। ਓਏ ਮੂਲ ਚੰਦ, ਤੂੰ ਦੱਸ ਵੀ ਜਿਸ ਵਸਤੂ ਦਾ ਤੇ ਜਿਸ ਕੰਮ ਦੇ ਵਿੱਚੋਂ ਊਣਤ ਆਈ ਹੈ ਵੀ ਉਹ ਕੋਈ ਹੈ ਨਹੀਂ ਹੈ, ਚੀਜ਼ ਘਾਟ ਹੈ, ਦੱਸ ਫਿਰ। ਉਚਰਹੁ ਆਪ ਕਰੋ ਮੈਂ ਪੂਰਾ। ਉਹ ਤੁਸੀਂ ਸਾਨੂੰ ਆਖੋ, ਮੈਂ ਆਪੇ ਪੂਰੀ ਕਰ ਦਿਆਂਗਾ ਵੀ ਫਲਾਣੀ ਚੀਜ਼ ਨਹੀਂ ਘਰ ਵਿੱਚ ਹੈਗੀ ਹੈ, ਫਲਾਣਾ ਕੰਮ ਨਹੀਂ ਹੋ ਰਿਹਾ, ਉਹ ਤੁਸੀਂ ਮੈਨੂੰ ਦੱਸੋ, ਉਹ ਅਸੀਂ ਪੂਰਾ ਕਰ ਦਿੰਦੇ ਹਾਂ। ਮధుਰ ਬਿਨੈ ਪ੍ਰਸੰਸਾ ਸਾਲੀ। ਆ ਮਿੱਠੇ ਪਿਆਰੇ ਬਚਨ ਤੇ ਉਸਤਤੀ ਦੇ ਘਰ ਜੋ ਹੈ। ਸੁਨ ਮੂਲਾ ਭਾ ਸੀਤਲ ਚਾਲੀ। ਮਹਾਰਾਜ ਜੀ ਦੇ ਸਹੁਰਾ ਮੂਲ ਚੰਦ ਜੀ ਸੁਣ ਕੇ ਆ ਸੀਤਲ ਚਾਲ, ਠੰਡੀ ਰੀਤੀ ਵਾਲਾ ਹੋ ਗਿਆ, ਸ਼ਾਂਤ ਜਿਹਾ ਹੋ ਗਿਆ ਹੈ। ਉਤੋ ਕ੍ਰੋਧ ਮਨ ਪਾਵਕ ਜੈਸੇ। ਆ ਮਨ ਵਿੱਚ ਐਸਾ ਕ੍ਰੋਧ ਸੀ ਜਿਸ ਤਰ੍ਹਾਂ ਅੱਗ ਹੁੰਦੀ ਹੈ, ਉਹ ਬੜੇ ਲਾਟਾਂ ਨਿਕਲਦੀਆਂ, ਕੜਕੜ ਕਰਕੇ ਮੱਚਦੀ ਹੈ ਤਾਂ ਨੂੰ। ਬਚਨ ਜਰਾਮ ਮਿਲੇ ਜਲ ਤੈਸੇ। ਭਾਈਆ ਜੈ ਰਾਮ ਜੀ ਦੇ ਬਚਨ ਉਹ
ਤੇ ਇਸੇ ਤਰ੍ਹਾਂ ਜਲ ਦੀ ਤਰ੍ਹਾਂ ਮਿਲੇ ਹੈ। ਜਿਵੇਂ ਅੱਗ ਮੱਚਦੀ ਹੋਵੇ ਬੜੀ, ਉਹਦੇ ਪਾਣੀ ਪੈ ਜਾਵੇ ਤੇ ਅੱਗ ਸਾਰੀ ਸ਼ਾਂਤ ਹੋ ਜਾਂਦੀ ਹੈ। ਉੱਧਰ ਜੋ ਗੁਰੂ ਜੀ ਦੇ ਸਹੁਰਾ ਮੂਲ ਚੰਦ ਜੀ ਦੇ ਹਿਰਦੇ ਵਿੱਚ ਅੱਗ ਲੱਗੀ ਹੋਈ ਸੀ, ਉਹ ਅੱਗ ਦੇ ਬਬੂਲੇ ਹੋ ਕੇ ਵਰ ਰਹੇ ਸਨ, ਬੜੇ ਭਾਂਬੜ ਮੱਚ ਰਹੇ ਸੀ। ਭਾਈਆ ਜੈ ਰਾਮ ਜੀ ਨੇ ਮਿੱਠੇ ਪਿਆਰੇ ਬਚਨ ਜੇ ਕਹੇ ਸ਼ਾਂਤੀ ਵਾਲੇ, ਉਹ ਮਨ ਜਲ ਦੀ ਤਰ੍ਹਾਂ ਹੈ, ਸਾਰਾ ਕੁਝ ਸ਼ਾਂਤ ਕਰ ਦਿੱਤਾ ਹੈ, ਛਾਤੀ ਠੰਡੀ ਕਰ ਦਿੱਤੀ ਹੈ ਬੋਲ ਬਚਨ ਕਰਕੇ। ਕਮਲ ਨੈਣ ਮੁਖ ਤੂਸ਼ਨ ਰਾਖੀ। ਪਾਸ ਹੀ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸਨ, ਕਮਲ ਵਰਗੇ ਮੁਖ ਵਾਲੇ ਸਤਿਗੁਰ ਜੀ ਦੇ ਚੋਪੀ ਰਹੇ ਹੈ। ਜਾਨ ਜਨਕ ਸਮ ਗਿਰਾ ਨਾ ਭਾਖੀ। ਆਪਣੇ ਵੀ ਸਾਡੇ ਪਿਤਾ ਸਮਾਨ ਹੀ ਹੈ, ਜਿਹੋ ਜਿਹੇ ਮੇਰੇ ਪਿਤਾ ਜੀ ਉਹੋ ਜਿਹੇ ਮੇਰੇ ਸਹੁਰਾ ਜੀ, ਮੈਨੂੰ ਤੇ ਇੱਕ ਸਮਾਨ ਹੀ ਹੈ। ਇਉਂ ਆਪਣੇ ਪਿਤਾ ਦੇ ਸਮਾਨ ਜਾਣ ਕੇ ਗੁਰੂ ਜੀ ਨੇ ਨਹੀਂ ਕੋਈ ਗੱਲ ਮੂੰਹੋਂ ਕਹੀ। ਇੱਕ ਨਿਸ ਬਸ ਕਰ ਸੁਤਾ ਆਵਾਸਾ। ਇੱਕ ਦਿਨ ਆਪਣੀ ਸਪੁੱਤਰੀ ਦੇ ਘਰ ਵਸ ਕੇ ਮੂਲ ਚੰਦ ਜੀ ਦਈ ਧੀਰ ਕਹਿ ਕਰ ਸੁਖ ਰਾਸਾ। ਬੜੀ ਧੀਰਜ ਦਿੱਤੀ ਹੈ ਤੇ ਕਿਹਾ ਵੀ ਤੇ ਬਹੁਤੇ ਸੁੱਖਾਂ ਦੀਆਂ ਸੀਸਾਂ ਕਹਿ ਕਰਕੇ ਧੀਰਜ ਦੇ ਕਰਕੇ, ਕੋਈ ਨਹੀਂ ਪੁੱਤਰੀ ਆ, ਆਪੇ ਸਭ ਕੁਝ ਠੀਕ ਹੋ ਜਾਣਾ, ਤੂੰ ਸ਼ਾਂਤ ਰਹਿ, ਧੀਰਜ ਰੱਖ। ਇਹੋ ਜਿਹੇ ਸਾਰੇ ਸੁੱਖਾਂ ਦੇ ਬਚਨ ਜੇ ਕਹਿ ਕਰਕੇ ਪੁਨ ਗਮਨਿਓ ਨਿਜ ਨਗਰ ਮਝਾਰਾ। ਉਹਨਾਂ ਜਿਹੜਾ ਆਪਣਾ ਨਗਰ ਹੈ ਪੱਖੋ ਕੇ ਰੰਧਾਵਾ, ਉਧਰ ਨੂੰ ਚੱਲ ਪਿਆ ਮੂਲ ਚੰਦ। ਸਭ ਬਿਰਤਾਂਤ ਠਿਗ ਪਤਨ ਉਚਾਰਾ। ਪਹੁੰਚ ਕਰਕੇ ਸਾਰਾ ਜਿਹੜਾ ਇੱਥੋਂ ਸੁਲਤਾਨਪੁਰ ਦਾ ਬਿਰਤਾਂਤ ਪ੍ਰਸੰਗ ਸੀ ਆਪਣੀ ਪਤਨੀ ਚੰਦੋ ਰਾਣੀ ਨੂੰ ਦੱਸਿਆ ਜਾ ਕੇ। ਕੇਤਿਕ ਦਿਵਸ ਬਤੀਤੇ ਜਬ ਹੀ। ਹੁਣ ਇਹ ਤੇ ਇੱਧਰ ਮਾਂ ਹੈ, ਮਾਂ ਤੇ ਵੈਸੇ ਨਹੀਂ ਕੋਈ ਗੱਲ ਜਾ ਸਕਦੀ ਹੈ। ਕੁਝ ਕੁ ਦਿਨ ਬਤੀਤੇ ਹੈ ਜਦੋਂ ਆਈ ਚੰਦੋ ਰਾਣੀ ਤਬ ਹੀ। ਗੁਰੂ ਜੀ ਦੇ ਸੱਸ ਜੋ ਚੰਦੋ ਰਾਣੀ ਹੈ ਤਦੋਂ ਹੀ ਉਹ ਵੀ ਆ ਗਏ ਹੈ ਕੁਝ ਦਿਨ ਹਟ ਕੇ। ਮਿਲੀ ਸੁਤਾ ਸੋ ਨਿਹੋ ਕਨੇਰਾ। ਆਪਣੀ ਪੁੱਤਰੀ ਸੁਲੱਖਣੀ ਨੂੰ ਬਹੁਤਾ ਮੋਹ ਪ੍ਰੇਮ ਕਰਕੇ ਮਿਲੀ ਹੈ। ਰੋਦਨ ਕਰਤ ਨੈਣ ਜਲ ਗੇਰਾ। ਇੱਧਰੋਂ ਮਾਤਾ ਸੁਲੱਖਣੀ ਜੀ ਨੇ ਰੋਂਦਿਆਂ ਹੋਇਆਂ ਰੋਣਾ ਕਰ ਰਹੀ ਹੈ ਤੇ ਰੋਂਦਿਆਂ ਹੋਇਆਂ ਨੇਤਰਾਂ 'ਚੋਂ ਜਲ ਜਾ ਸੁੱਟਿਆ, ਧਰਤੀ ਉੱਪਰ ਅਥਰੂ ਸੁੱਟੇ ਹਨ। ਬੋਲਤ ਬਚਨ ਹੈ ਹੋਏ ਦੁਖਾਰੀ। ਬਚਨ ਬੋਲਦੇ ਐ ਬੜਾ ਦੁਖੀ ਹੋ ਰਹੇ ਐ। ਹੇ ਬਿਦ ਕਿਉਂ ਸਿਰਜੀ ਜਗ ਨਾਰੀ। ਹੇ ਪਰਮੇਸ਼ਰ ਤੂੰ ਜਗਤ ਦੇ ਵਿੱਚ ਇਸਤਰੀ ਕਿਉਂ ਬਣਾਈ ਹੈ। ਪਰਾਧੀਨ ਨਿਤ ਦੁਸਹਿ ਕਲੇਸ਼ਾ। ਪਰਾਧੀਨ ਵੀ ਜਿਹੜੀ ਇਸਤਰੀ ਆ ਪਰਾਏ ਦੇ ਦੂਜਿਆਂ ਦੇ ਅਧੀਨ ਰਹਿੰਦੀ ਹੈ, ਦੂਜਿਆਂ ਦੀ ਗੁਲਾਮੀ ਕਰਨੀ ਪੈਂਦੀ, ਜਿਸ ਨੂੰ ਹਮੇਸ਼ਾ ਹੀ ਆ ਜਿਹੜੇ ਕਲੇਸ਼ ਹੈ ਝਗੜੇ ਝਮੇਲੇ ਨਾ ਸਹਿ ਜਾਣ ਵਾਲੇ ਉਹ ਵੀ ਸਹਿਣੇ ਪੈਂਦੇ ਆ। ਆ ਗੱਲਾਂ ਸੁਣਨੀਆਂ ਪੈਂਦੀਆਂ ਬੰਦੇ ਦੀਆਂ, ਮਨੁੱਖ ਦੀਆਂ। ਲੇਕਰ ਜਨਮਤ ਸਭ ਹੈ ਅੰਦੇਸ਼ਾ। ਵੀ ਆ ਜਨਮ ਨੂੰ ਲੈ ਕਰਕੇ ਜੋ ਇਸਤਰੀ ਹਮੇਸ਼ਾ ਸਾਰੇ ਫਿਕਰਾਂ ਦੇ ਸਹਿਤ ਹੀ ਰਹਿੰਦੀ ਹੈ। ਬੈਸ ਸੁਲੱਖਣੀ ਕਰ ਔਰ ਧੀਰਾ। ਇੰਨਾ ਕੁਝ ਕਹਿ ਕਰਕੇ ਮਾਤਾ ਸੁਲੱਖਣੀ ਜੀ ਫਿਰ ਆ ਧੀਰਜ ਜੀ ਰੱਖ ਕੇ ਹਿਰਦੇ ਵਿੱਚ ਬੈਠਣਾ ਕੀਤਾ ਹੈ। ਕਹਿਣ ਲੱਗੀ ਨਿਜ ਦੁੱਖ ਗੰਭੀਰਾ। ਆਪ ਵੀ ਬੈਠ ਗਏ ਹੈ, ਮਾਤਾ ਆਪਣੀ ਚੰਦੋ ਰਾਣੀ ਨੂੰ ਵੀ ਬਿਠਾ ਲਿਆ ਹੈ। ਫਿਰ ਮਾਤਾ ਸੁਲੱਖਣੀ ਜੀ ਆਪਣਾ ਦੁੱਖ ਜਿਹੜਾ ਬੜਾ ਡੂੰਘਾ ਹੈ, ਗੈਰ ਗੰਭੀਰ ਸਮੁੰਦਰ ਵਾਂਗ, ਉਹ ਸੁਣਾਉਣ ਲੱਗੀ ਹੈ। ਸਭੋ ਮਾਤ ਪਤ ਕੀ ਵਿਪਰੀਤਾ। ਕਿਆ ਹੈ ਮਾਤਾ ਜੀ ਸੁਣੋ, ਆ ਮੇਰੇ ਪਿਤਾ ਮੇਰੇ ਪਤੀ ਦੀ ਪੁੱਠੀ ਹੀ ਗੱਲ। ਦਰਬ ਸਰਬ ਬਾਦ ਹੈ ਖੁਵੈ ਨੀਤਾ। ਜਿੰਨਾ ਪੈਸਾ ਕਮਾਉਂਦੇ ਹੱਡ ਦੇ ਵਿੱਚ ਉਹ ਸਾਰਾ ਹੀ
ਹਮੇਸ਼ਾ ਬਿਨਾਂ ਵਜ੍ਹਾ ਗਵਾਈ ਜਾਂਦੇ, ਵਿਅਰਥ ਗਵਾਈ ਜਾਂਦੇ ਹੈ। ਕਬ ਕਬ ਸਦਨ ਹੈ ਬਦਨ ਦਿਖਾਵਾ। ਮਾਂ ਹੋਰ ਮੈਂ ਕੀ ਦੱਸਾਂ, ਕਦੀ ਕਦੀ ਆ ਮਹੀਨੇ ਕੁ ਬਾਅਦ ਆ ਕੇ ਆਪਣਾ ਮੁਖ ਦਿਖਾਉਂਦੇ ਹੈ। ਆਪਨ ਪਰ ਦਿਨ ਰੈਨ ਬਿਤਾਵਾ। ਕਦੀ ਕਦੀ ਆ ਘਰ ਵਿੱਚ ਆ ਕੇ ਆਪਣਾ ਮੁਖ ਦਿਖਾਉਂਦੇ ਹੈ, ਨਹੀਂ ਤਾਂ ਹੱਡ ਦੇ ਵਿੱਚ ਹੀ ਦਿਨ ਰਾਤ ਆਪਣਾ ਲੰਘਾ ਬਿਤਾ ਦਿੰਦੇ ਹੈ। ਦ੍ਰਿਸ਼ਟੀ ਰੀਤ ਨਾ ਤਾਮੈ ਏਕਾ। ਤਾਂ ਮੈਂ ਏਕਾ, ਜਿਹੜੀ ਗ੍ਰਹਿਸਤੀਆਂ ਵਾਲੀ ਰੀਤੀ ਹੈ ਵੀ ਆਪਣੇ ਘਰ ਦਾ ਫਿਕਰ ਕਰਨਾ, ਘਰ ਮੁੜਨਾ, ਹੱਸਣਾ ਖੇਡਣਾ, ਪਰਿਵਾਰ ਦਾ ਵੇਖਣਾ, ਉਹ ਮਾਤਾ ਜੀ ਉਹ ਗ੍ਰਹਿਸਤੀਆਂ ਦੀ ਰੀਤੀ ਤੇ ਉਹਨਾਂ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਨਹੀਂ ਹੈ। ਧਨ ਸੰਚਨ ਤੇ ਆਦ ਅਨੇਕਾ। ਵੀ ਧਨ ਇਕੱਠਿਆ ਕਰਨਾ, ਝੂਠ ਬੋਲਣਾ, ਠੱਗੀਆਂ ਕਰਨੀਆਂ, ਪਹਿਨਾਮੀਆਂ ਕਰਨੀਆਂ, ਲੋਕਾਂ ਦੇ ਨਾਲ ਹੇਰਾ ਫੇਰੀਆਂ ਕਰਕੇ ਪੈਸਾ ਕਮਾਉਣਾ, ਇਹ ਆਦਿ ਜਿਹੜੀਆਂ ਅਨੇਕਾਂ ਹੀ ਵਿਧੀਆਂ ਪੈਸਾ ਇਕੱਠਾ ਕਰਨ ਦੀਆਂ, ਇੱਕ ਰੀਤੀ ਨਹੀਂ ਹੈ ਉਹਨਾਂ ਵਿੱਚ। ਸੁਨਤ ਸਤਾ ਬਚ ਚੰਦੋ ਰਾਣੀ। ਆਪਣੀ ਸੁਪੁੱਤਰੀ ਸੁਲੱਖਣੀ ਦੇ ਬਚਨ ਸੁਣ ਕੇ ਚੰਦੋ ਰਾਣੀ ਮਾਤਾ ਜੀ ਭਈ ਕ੍ਰੋਧ ਕੇ ਮਤ ਗਲਤਾਨੀ। ਜਿਸ ਦੀ ਆ ਕ੍ਰੋਧ ਦੇ ਵਿੱਚ ਅਗਲ ਮਤ ਜਿਹੜੀ ਉਹ ਲੀਨ ਹੋ ਗਈ ਹੈ। ਗਵਨੀ ਸਦਨਾ ਨਾਨਕੀ ਜਹਵਾ। ਤੇ ਉਹ ਸੁਣ ਕੇ ਇੰਨਾ ਗੁੱਸਾ ਚੜਿਆ ਹੈ, ਕਹਿੰਦੀ ਧੀਏ ਤੂੰ ਠਹਿਰ, ਮੈਂ ਹੁਣ ਗੱਲ ਕਰਕੇ ਆਉਂਦੀ ਹਾਂ, ਤੂੰ ਸ਼ਾਂਤ ਰਹਿ ਕਰ। ਤੇ ਜਿਸ ਥਾਂ ਭੈਣ ਨਾਨਕੀ ਦਾ ਘਰ ਹੈ ਉਸ ਦੇ ਘਰ ਵਿੱਚ ਚਲੀ ਗਈ ਹੈ ਚੰਦੋ ਰਾਣੀ। ਪੁੱਛਤ ਪ੍ਰਸ਼ਨ ਕਰ ਬੈਸੀ ਤਹਵਾ। ਆ ਸੁੱਖ ਸਾਂਦ ਪੁੱਛਣਾ ਕੀਤੀ ਹੈ ਤੇ ਉਹਨਾਂ ਦੇ ਘਰ ਜਾ ਕੇ ਬੈਠੀ ਹੈ। ਕ੍ਰੋਧ ਕੀਏ ਪੁਨ ਬੋਲੀ ਬੈਨਾ। ਬਹੁਤ ਕ੍ਰੋਧ ਜਿਹਾ ਕਰਕੇ ਤੇ ਮੁਖੋਂ ਬਚਨ ਗਏ ਇਸ ਤਰ੍ਹਾਂ ਦੇ। ਤੁਮ ਔਰ ਡਰ ਪਰਮੇਸ਼ਰ ਹੈ ਨਾ। ਉਹ ਨਾਨਕੀ ਜੀ ਮੈਂ ਕੀ ਕਹਿੰਦੀ ਆ ਵੀ ਤੁਹਾਡੇ ਹਿਰਦੇ ਦੇ ਵਿੱਚ ਥੋੜਾ ਬਹੁਤਾ ਹੀ ਪਰਮੇਸ਼ਰ ਦਾ ਡਰ ਤੇ ਹੈ ਹੀ ਨਹੀਂ। ਕਿਸ ਪ੍ਰਕਾਰ ਕੋ ਠਾਨਿਓ ਮਤਾ। ਆ ਤੁਸਾਂ ਨੇ ਮਿਲ ਜੁਲ ਕੇ ਆ ਕੀ ਜਿਹੜਾ ਹੈ ਮਤਾ ਸਲਾਹ ਪੱਕਾ ਕੀਤਾ ਹੋਇਆ ਵੀ ਇਸੇ ਤਰ੍ਹਾਂ ਹੀ ਚੁੱਪਚਾਪ ਜੇ ਬੈਠੇ ਰਹਿਣਾ ਹੈ। ਦਾਸੀ ਜਿਉ ਰਾਖੀ ਮਮ ਸੁਤਾ। ਆ ਮੇਰੀ ਜੋ ਲੜਕੀ ਹੈ ਸੁਲੱਖਣੀ, ਉਹਦੇ ਜਿਵੇਂ ਕੋਈ ਨੌਕਰਾਣੀ ਹੋਵੇ ਇਸ ਤਰ੍ਹਾਂ ਤੁਸੀਂ ਘਰ ਵਿੱਚ ਰੱਖੀ ਹੋਈ ਹੈ। ਨਿਜ ਭਰਾਤਾ ਕੋ ਨਹ ਸਮਝਾਵਹਿ। ਆ ਥੋੜਾ ਬਹੁਤਾ ਵੇਖਣਾ ਚਾਹੀਦਾ ਹੈ ਘਰ ਜਾ ਕੇ ਕੀ ਹੁੰਦਾ ਕੀ ਬੀਤਦਾ। ਕੋਈ ਚੀਜ਼ ਦੀ ਜ਼ਰੂਰਤ ਤੇ ਨਹੀਂ ਮੇਰੀ ਧੀ ਨੂੰ, ਤੁਸਾਂ ਨੇ ਤੇ ਉਹ ਜਿਵੇਂ ਨੌਕਰਾਣੀ ਹੁੰਦੀ ਐਵੇਂ ਰੱਖਿਆ ਹੋਇਆ ਹੈ। ਆਪਣੇ ਭਰਾ ਨੂੰ ਤੇ ਕਿਤੇ ਭੋਰਾ ਨਹੀਂ ਸਮਝਾਉਂਦੇ ਤੁਸੀਂ। ਸਰਪ ਦਰਪ ਕੋ ਵਹਿ ਲੁਟਾਵਹਿ। ਆ ਮੇਰੀ ਜਿਹੜੀ ਧੀ ਹੈ ਉਹਨੇ ਵੀ ਦੱਸਿਆ ਜਾ ਕੇ ਵੀ ਸਾਰਾ ਜਿਹੜਾ ਪੈਸਾ ਹੱਟ ਜੋ ਕਮਾਉਂਦੇ ਬਾਹਰ ਆ ਫਕੀਰਾਂ ਕੰਗਾਲਾਂ ਉਹਨੂੰ ਲੁਟਾਈ ਪਟਾਈ ਜਾਂਦੇ ਹਨ। ਤੁਮਰੇ ਸਰਸ ਨਾ ਹਿਰਦੈ ਕੋਈ। ਤੋ ਤੁਹਾਡੇ ਜਿਹਾ ਤੇ ਹਿਰਦੇ ਵਿੱਚ ਕੋਈ ਮਾੜਾ ਨਹੀਂ ਹੈ। ਇਹ ਤੇ ਹਿਰਦੇ ਦੀ ਥਾਂ ਪਾਠ ਜਿਹੜਾ ਸ਼ੁੱਧ ਹੈ, ਮੁੱਖ ਪਾਠ ਉਹ ਨਿਰਦੈ ਹੈ ਵੀ ਤੁਹਾਡੇ ਜਿਹਾ ਤੇ ਨਿਰਦਈ ਨਹੀਂ ਹੈ ਕੋਈ। ਜੇਠਾ ਦੁਖੀ ਸੁਤਾ ਮਮ ਹੋਈ। ਅੱਜ ਜਿਸ ਥਾਂ ਵਿਆਹ ਕਰਕੇ ਮੇਰੀ ਧੀ ਇੰਨੀ ਦੁਖੀ ਹੋ ਗਈ ਹੈ। ਨਾਤਾ ਤਬ ਜਰਾਮ ਕਰਵਾਇਆ। ਤਦੋਂ ਤੇ ਜੈ ਰਾਮ ਤੁਹਾਡੇ ਪਤੀ ਬਾਰ-ਬਾਰ ਆਉਂਦੇ ਸੀ ਸਾਡੇ ਘਰ ਵੀ ਰਿਸ਼ਤਾ ਕਰ ਦਿਓ, ਰਿਸ਼ਤਾ ਕਰ ਦਿਓ। ਆ ਧੱਕੇ ਨਾਲ ਹੀ ਉਹਨਾਂ ਨੇ ਰਿਸ਼ਤਾ ਕਰਵਾ ਦਿੱਤਾ। ਅਬ ਤੇਹ ਕੋ ਲਹਿ ਕਿਉਂ ਸਮਝਾਇਆ। ਤੁਹਾਡੇ ਪਤੀ ਜੈ ਰਾਮ ਨੇ ਜਿਹੜਾ ਨਾਤਾ ਰਿਸ਼ਤਾ ਕਰਵਾ ਦਿੱਤਾ ਤੇ ਹੁਣ ਜੇ ਕਰ ਹੀ ਦਿੱਤਾ ਹੈ ਤੇ ਉਹ ਗੁਰੂ ਨਾਨਕ ਸਾਹਿਬ ਉਹਨੂੰ ਕਿਉਂ ਨਹੀਂ ਉਹ ਸਮਝਾਉਂਦੇ ਬੁਝਾਉਂਦੇ। ਦੋਹਰਾ ਆਨ ਸਦਨ ਸੁਧ ਲੇਤ ਨਹ। ਕਿ ਉਹ ਹੱਟ ਵਿੱਚ ਹੀ ਬੈਠੇ ਰਹਿੰਦੇ ਆ, ਘਰ ਆ ਕੇ ਕਿਤੇ ਖਬਰ ਸਾਰੇ ਨਹੀਂ ਲੈਂਦੇ ਵੀ ਸੁਲੱਖਣੀ ਤੈਨੂੰ ਕੀ ਚਾਹੀਦਾ ਹੈ, ਕੀ ਘਰ ਵਿੱਚ ਠੀਕ ਠਾਕ ਹੈ, ਉਹ ਖਬਰ ਹੀ ਨਹੀਂ ਲੈਂਦੇ ਆ ਕੇ। ਆਨਨ ਕਹਿ ਨਾ ਬੈਨਾ। ਤੇ ਜੇ ਕਿਤੇ ਆ ਹੀ ਜਾਂਦੇ 1-2 ਮਹੀਨੇ ਬਾਅਦ ਤੇ ਮੁੱਖੋਂ ਕੋਈ ਹੱਸ ਕੇ ਬਚਨ ਹੀ ਨਹੀਂ ਕਹਿੰਦੇ। ਦਰਬ ਨਾ ਰੱਖ ਹੈ ਨਿਕਟ ਕਸ਼। ਜਿਹੜਾ ਪੈਸਾ ਹੈ
ਵੀ ਇੰਨਾ ਕਮਾ ਰਹੇ, ਹੱਟ ਦੇ ਵਿੱਚ ਚਾਹੀਦਾ ਹੈ ਜੋੜਨਾ। ਅਗਲੇ ਬੰਨੇ ਆਉਣ ਵਾਲੇ ਸਮੇਂ 'ਚ ਪਰਿਵਾਰ ਵਧਣਾ ਫੁੱਲਣਾ ਹੈ ਅਤੇ ਘਰ ਵਿੱਚ 100 ਖਰਚੇ ਹੈ, ਗ੍ਰਹਿਸਥੀਆਂ ਨੂੰ 100 ਧੰਦੇ ਪੈਂਦੇ ਹੈ ਅਤੇ ਪੈਸਾ ਵੀ ਜਿਹੜਾ ਉਹ ਕੋਲ ਨਹੀਂ ਰੱਖਦੇ ਕੁਛ। ਹਿਰਦੈ ਵਿਖੇ ਕਛੂ ਭੈ ਨਾ। ਹਿਰਦੇ ਵਿੱਚ ਕਿਸੇ ਦਾ ਥੋੜ੍ਹਾ ਮਾਤਰ ਭੈ ਹੀ ਨਹੀਂ ਹੈ ਵੀ ਮੈਨੂੰ ਕੋਈ ਪੁੱਛੂਗਾ ਮੈਂ ਕੀ ਦੱਸਾਂਗਾ, ਮੈਨੂੰ ਇਵੇਂ ਨਹੀਂ ਕਰਨਾ ਚਾਹੀਦਾ। ਨਾਨਕੀ ਤੁਹਾਡੇ ਭਰਾ ਨੂੰ ਤੇ ਅੱਗੇ ਤੇ ਭੋਰਾ ਮਾਤਰ ਵੀ ਹਿਰਦੇ 'ਚ ਡਰ ਭੈ ਨਹੀਂ ਹੈ ਕਿਸੇ ਦਾ। ਚੌਪਈ ਗਿਰਾ ਨਾਨਕੀ ਸ਼੍ਰਵਣਨ ਸੁਣੀ। ਭੈਣ ਨਾਨਕੀ ਜੀ ਨੇ ਆਪਣੇ ਕੰਨਾਂ ਵਿੱਚ ਬੜੇ ਧਿਆਨ ਨਾਲ ਗੁਰੂ ਜੀ ਦੀ ਸੱਸ ਚੰਦੋ ਰਾਣੀ ਦੀ ਇਹ ਗੱਲ ਸੁਣੀ ਹੈ। ਸਠ ਕਰ ਮਾਨਕ ਤਿਉ ਵਿਦ ਗੁਣੀ। ਭੈਣ ਨਾਨਕੀ ਜੀ ਨੇ ਤੇ ਇਵੇਂ ਮਨ ਵਿੱਚ ਤੇ ਇਸ ਵਿਧੀ ਨਾਲ ਵਿਚਾਰ ਕੀਤੀ ਹੈ, ਇਵੇਂ ਵਿਚਾਰਿਆ ਹੈ ਕਿ ਜਿਵੇਂ ਮੂਰਖ ਦੇ ਹੱਥ ਮਾਣਕ ਆ ਜੇ ਤੇ ਉਹਨੂੰ ਮਾਣਕ ਦਾ ਕੀ ਪਤਾ ਹੈ ਕਿ ਇਹਦੀ ਕੀਮਤ ਕੀ ਹੈ। ਉਹਨੇ ਤੇ ਜਾਂ ਤੇ ਰੋੜੀ ਸਮਝ ਲੈਣੀ ਹੈ ਕੱਚ ਦੀ ਤੇ ਜਾਂ ਕੋਈ ਪੱਥਰ ਸਮਝ ਕੇ ਸੁੱਟ ਦੇਣਾ ਉਹਨੂੰ ਜੇ ਮਾਣਕ ਮਿਲ ਜੇ। ਜਿਵੇਂ ਉਹ ਜ਼ਿਮੀਂਦਾਰ ਨੂੰ ਚਿੰਤਾਮਣੀ ਮਣੀ ਮਿਲ ਗਈ, ਸਾਰੀਆਂ ਉਹਦੀਆਂ ਇੱਛਾ ਪੂਰੀਆਂ ਹੋਈ ਜਾਣ, ਉਹ ਤਲਾਅ 'ਤੇ ਆ ਕੇ ਕਾਂ ਬਹਿ ਗਿਆ ਅਤੇ ਫਿਰ ਉਹ ਪਤਾ ਤਾਂ ਹੈ ਨਹੀਂ ਵੀ ਇਹ ਮਣੀ ਦੇ ਨਾਲ ਹੀ ਮੇਰਾ ਸਾਰਾ ਕੁਝ ਸੌਰਨ ਡਿਆ। ਉਹ ਕਾਂ ਬੋਲਣੋਂ ਨਾ ਹਟੇ, ਇਹ ਕਹੇ ਵੀ ਤੂੰ ਚਲਿਆ ਜਾ ਮੇਰੇ ਤਲਾਅ ਤੋਂ, ਗੰਦ ਪਾਏਗਾ ਇੱਥੇ। ਉਹ ਕਾਂ ਦੀ ਹੁਣ ਆਦਤ ਆ ਵੀ ਉਹਨੂੰ ਜੇ ਹੱਥ ਜੇ ਮਾਰੀਏ ਤਾਂ 2 ਪੈਰ ਪੁੱਟ ਕੇ ਕਦੀ ਉੱਥੇ ਬੈਠ ਜਾਂਦਾ ਹੈ। ਇਹ ਜ਼ਿਮੀਂਦਾਰ ਨੇ ਆਪਣੇ ਜੇਬ 'ਚੋਂ ਕੱਢ ਕੇ ਉਹ ਜਿਹੜੀ ਚਿੰਤਾਮਣੀ ਮਣੀ ਉਹ ਮਾਰੀ ਵਗਾਤੀ ਕਾਂ ਨੂੰ। ਜਦੋਂ ਮਣੀ ਸੁੱਟੀ ਹੈ ਕਾਂ ਤੇ ਉੱਥੋਂ ਉੱਡ ਗਿਆ, ਪਰੇ ਹੋ ਕੇ ਬਹਿ ਗਿਆ, ਮਣੀ ਗਈ ਗਵਾਚ। ਨਾ ਉੱਥੇ ਤਲਾਅ, ਨਾ ਉੱਥੇ ਬਗੀਚਾ, ਨਾ ਉੱਥੇ ਕੋਈ ਛਾਂ, ਉਸੇ ਤਰ੍ਹਾਂ ਕਿੱਕਰ ਦੇ ਥੱਲੇ ਕੰਡਿਆਂ ਵਿੱਚ ਹੀ ਪਿਆ ਹੋਇਆ ਤੱਤੀ ਰੇਤਾ ਦੇ ਉੱਪਰ। ਭਾਵ ਉਹ ਜਾਣੀ ਨਹੀਂ ਕੀਮਤ ਵੀ ਚਿੰਤਾਮਣੀ ਹੱਥ ਵਿੱਚ ਆਈ ਹੈ। ਅੰਨੇ ਵਸ ਮਾਣਕ ਪਿਆ ਘਰ ਘਰ ਵੇਚਣ ਜਾਏ। ਅੰਨੇ ਨੂੰ ਮਾਣਕ ਮਿਲ ਗਿਆ, ਘਰ ਘਰ ਵੇਚਦਾ ਫਿਰੇ। ਲੈਣਾ ਜੇ 100 ਦਾ, ਲੈਣਾ ਜੇ 200 ਦਾ, ਇਹ ਨਹੀਂ ਪਤਾ ਵੀ ਇਹਦੀ ਕੀਮਤ ਬੜੀ ਮਹਾਨ ਹੈ, ਵੱਡੀ ਕੀਮਤ ਹੈ, ਅਤੇ ਵੇਚਦਾ ਫਿਰੇ। ਇਸੇ ਤਰ੍ਹਾਂ ਹੀ ਭੈਣ ਨਾਨਕੀ ਜੀ ਨੇ ਵਿਚਾਰੀ ਹੈ ਮਨ ਵਿੱਚ ਕਿ ਜਿਵੇਂ ਮੂਰਖ ਦੇ ਹੱਥ ਮਾਣਕ ਆ ਜੇ, ਉਹ ਕੀਮਤ ਨਹੀਂ ਜਾਣਦਾ, ਰੋੜਾ ਸਮਝ ਕੇ ਸੁੱਟ ਸੱਟ ਦਿੰਦਾ ਹੈ। ਇਸੇ ਤਰ੍ਹਾਂ ਹੀ ਇਹ ਵੀ ਮੂਰਖ ਇਕੱਠੇ ਹੋਏ ਸਾਰੇ, ਸੱਸ ਵੀ ਸਹੁਰਾ ਵੀ ਅਤੇ ਗੁਰੂ ਨਾਨਕ ਸਾਹਿਬ ਜੋ ਮਾਣਕ ਦੀ ਨਿਆਈ ਹੈ, ਪਰਮੇਸ਼ਰ ਹੈ, ਉਹਨਾਂ ਦੀ ਇਹ ਕੀਮਤ ਨਹੀਂ ਜਾਣਦੇ ਲੋਕ। ਇਹ ਨਹੀਂ ਪਤਾ ਵੀ ਸਾਡੇ ਦੇ ਭਾਗ ਚੰਗੇ 'ਚ ਰਿਸ਼ਤਾ ਹੋ ਗਿਆ, ਸਗੋਂ ਰੋ ਰਹੇ ਆ, ਅਥਰੂ ਕੇਰ ਕੇਰ ਕੇ ਧਰਤੀ 'ਤੇ ਸੁੱਟ ਗਏ ਵੀ ਆਦੇ ਫਸ ਗਏ ਆ। ਪੁਰਾਣੇ ਕਰਮ ਹੀ ਆ ਜਿਹੜੇ ਸਾਡੇ ਮਾੜੇ ਅੱਗੇ ਆ ਗਏ, ਜਿਹਦੇ ਕਰਕੇ ਤੇ ਰਿਸ਼ਤਾ ਹੋ ਗਿਆ। ਗੁਰੂ ਜੀ ਦੀ ਸੱਸ ਵੀ ਹੈ ਬੁਰਾ ਭਲਾ ਬੋਲੀ ਜਾਂਦੀ ਹੈ ਆ ਕੇ, ਜਿਸ ਕਰਕੇ ਭੈਣ ਨਾਨਕੀ ਜੀ ਨੇ ਜਾਣਿਆ ਵੀ ਮੂਰਖਾਂ ਦੇ ਹੱਥ ਮਾਣਕ ਵਾਲੀ ਗੱਲ ਹੋਈ ਪਈ ਹੈ। ਬੋਲੀ ਮ੍ਰਿਦਲ ਮਾਧੁਰੀ ਬਾਣੀ। ਭੈਣ ਨਾਨਕੀ ਜੀ ਬੜੇ ਕੋਮਲ ਮਿੱਠੇ ਪਿਆਰੇ ਬਚਨ ਬੋਲੇ ਆ ਬਾਅਦ ਵਿੱਚ। ਸੁਨ ਮਾਸੀ ਤੂੰ ਪਰਮ ਸਿਆਣੀ। ਇਹ ਚੰਦੋ ਰਾਣੀ ਮੇਰੀ ਮਾਸੀ ਤੂੰ ਸੁਣ, ਤੂੰ ਤੇ ਸਿਆਣੀ ਬਿਆਣੀ ਹੈ, ਵੱਡੀ ਹੈ, ਮਹਾਨ। ਕਿਆ ਸਮਝਾਵਾਂ ਮੈਂ ਭਲ ਬਾਤਾ। ਵੀ ਮੈਂ ਕੀ ਸਮਝਾਵਾਂ ਆਪਣੇ ਭਰਾ ਨੂੰ ਚੰਗੀ ਤਰ੍ਹਾਂ। ਕੋਕ ਕਰਮ ਨਹਿ ਕਰਹੀ ਭਰਾਤਾ। ਵੀ ਕੀ ਚੰਗੀ ਗੱਲ ਸਮਝਾਵਾਂ ਆਪਣੇ ਭਰਾ ਨੂੰ। ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਆ ਕੋਈ ਮਾੜਾ ਕੰਮ ਨਹੀਂ ਕਰਦੇ। ਤਸਕਰ ਸੰਗ ਨਾ ਕਰਹਿ ਸਤੇਈ। ਨਾ ਉਹ ਕਿਸੇ ਚੋਰ ਦੇ ਨਾਲ ਮਿਲ ਕੇ ਵੀ ਚੋਰਾਂ ਦੀ ਢਾਣੀ ਵਿੱਚ ਪੈ ਕੇ ਤੇ ਚੋਰੀ ਕਰਦੇ ਹੈ। ਜੂਪ ਨਾ ਖੇਲਤ ਸੁਰਾ ਨਾ ਪਈ। ਨਾ ਉਹ ਜੂਆ ਖੇਡਦੇ ਆ, ਨਾ ਉਹ ਸ਼ਰਾਬ ਵੀ ਪੀਂਦੇ ਹਨ। ਪਰ ਨਾਰਨ ਸੋ ਨਹਿ ਵਿਭਚਾਰੀ। ਪਰਾਈਆਂ ਇਸਤਰੀਆਂ ਦੇ ਨਾਲ ਉਹ ਮੰਦ ਕਰਮ ਵੀ ਨਹੀਂ ਕਮਾਉਂਦੇ। ਵਿਸ਼ੇ ਵਾਸ਼ਨਾ ਉਰ ਤੇ ਟਾਰੀ। ਆ ਜਿਹੜੇ ਵਿਸ਼ੇ ਵਾਸ਼ਨਾ ਦੀ ਅੱਗ ਦੁਨੀਆ ਨੂੰ ਲੱਗੀ ਪਈ ਹੈ, ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੇ ਤੇ ਹਿਰਦੇ ਤੋਂ ਟਾਲੀ ਹੋਈ ਹੈ।
ਹਿਰਦੇ ਵਿੱਚ ਕਿਤੇ ਕੋਈ ਵਿਸ਼ੇ ਨਹੀਂ ਆਉਂਦੇ, ਕੋਈ ਵਾਸ਼ਨਾ ਨਹੀਂ ਫੁਰਦੀ। ਲੋਭੀ ਕ੍ਰੋਧੀ ਲੰਪਟ ਨਾਹੀ। ਨਾ ਉਹ ਧਨ ਦੇ ਲੋਭੀ ਹੈ ਵੀ ਪੈਸਾ ਜੋੜ ਲਵਾਂ, ਨਾ ਉਹ ਸਰੀ ਮੁਖੋਂ ਕਦੇ ਕ੍ਰੋਧ ਦਾ ਵਜਨ ਨਹੀਂ ਕਹਿੰਦੇ, ਗੁੱਸਾ ਵੀ ਨਹੀਂ ਕਰਦੇ, ਨਾ ਕ੍ਰੋਧੀ ਹੈ, ਨਾ ਉਹ ਮਾਈਆਂ ਦੇ ਨਾਲ ਹੀ ਲੰਪਟ ਹੁੰਦੇ ਆ ਲੋਕਾਂ ਵਾਂਗ। ਸੁਪਨ ਵਿਕਾਰ ਨਾ ਮਨ ਉਪਜਾਹੀ। ਮੇਰੇ ਭਰਾ ਗੁਰੂ ਨਾਨਕ ਸਾਹਿਬ ਤੇ ਐਸੇ ਮਹਾਨ ਹੈ ਕਿ ਸੁਪਨੇ ਵਿੱਚ ਵੀ ਜਿਨ੍ਹਾਂ ਦੇ ਮਨ ਵਿੱਚ ਆ ਮਾੜਾ ਵਿਕਾਰ ਨਹੀਂ ਪੈਦਾ ਹੁੰਦਾ। ਆਸ ਕਰਮ ਮਹਿ ਸੋਦਰ ਹੀਰੋ। ਵੀ ਜੇ ਮਾਸੀ ਮੈਂ ਇਹੋ ਜਿਹਾ ਕੋਈ ਮਾੜਾ ਕਰਮ ਵੇਖਾਂ ਵੀ ਉਹ ਲੋਭੀ ਹੋਣ, ਕ੍ਰੋਧੀ ਹੋਣ, ਵਿਭਚਾਰ ਮਾੜੇ ਕਰਮ ਕਰਨ, ਪਰ ਇਸਤਰੀਆਂ ਨਾਲ ਫਿਰਨ, ਜੂਆ ਖੇਡਣ, ਸ਼ਰਾਬ ਪੀਣ, ਤੇ ਫਿਰ ਤੇ ਮੈਂ ਕਹਾਂ ਵੀ ਮੇਰੇ ਭਰਾ ਮਾੜੇ ਹੈ ਤੇ ਮੈਂ ਸਮਝਾਉਣੇ ਚਾਹੀਦੇ ਹੈ। ਮਾਸੀ ਜੀ ਮੈਂ ਤੇ ਐਸਾ ਮਾੜਾ ਕਰਮ ਆਪਣੇ ਭਰਾ ਵਿੱਚ ਨਹੀਂ ਵੇਖਦੀ। ਤਉ ਸਮਝਾਵਨ ਬਨ ਹੈ ਮੇਰੋ। ਜੇ ਮੈਂ ਮਾੜਾ ਕੰਮ ਵੇਖਾਂ ਫਿਰ ਤੇ ਮੇਰਾ ਸਮਝਾਉਣਾ ਬੁਝਾਉਣਾ ਬਣਦਾ ਹੈ। ਭਲੋ ਬਿਲੋ ਕਹਾ ਤਾਹੇ ਸੁਭਾਉ। ਮੈਂ ਤੇ ਜੋ ਉਹਨਾਂ ਨੂੰ ਅਵਤਾਰ ਹੋਏ ਤੋਂ ਵੇਖਿਆ ਹੈ, ਚੰਗਾ ਹੀ ਸੁਭਾਅ, ਭਲਾ ਹੀ ਚੰਗਾ ਹੀ ਉਹਨਾਂ ਨੂੰ ਵੇਖ ਰਹੀ ਹਾਂ, ਸੋਹਣਾ ਹੀ ਜਿਹੜਾ ਉਹਨਾਂ ਦਾ ਸੁਭਾਅ ਹੈ ਉਹ ਮੈਂ ਤੱਕ ਰਹੀ ਹਾਂ। ਸੀਲ ਸੁਭਾਅ ਦੇ ਹੈ ਮੇਰੇ ਭਰਾ। ਜਿਹ ਮਹਿ ਰੰਚਕ ਦੋਸ਼ ਨਾ ਕਾਉ। ਜਿਸ ਮੇਰੇ ਭਰਾ ਵਿੱਚ ਕਿਤੇ ਭੋਰਾ ਮਾਤਰ ਵੀ ਕੋਈ ਦੋਸ਼ ਹੀ ਨਹੀਂ ਹੈ, ਔਗੁਣ ਹੀ ਨਹੀਂ ਹੈ। ਨਹੀਂ ਤੇ ਮਨੁੱਖ ਵਿੱਚ ਕੋਈ ਨਾ ਕੋਈ ਤੇ ਔਗੁਣ ਹੁੰਦਾ ਹੀ ਹੈ, ਤੇ ਉਹਨਾਂ ਵਿੱਚ ਕੋਈ ਔਗੁਣ ਵੇਖਿਆ ਨਹੀਂ ਜਾਂਦਾ। ਫਿਰ ਮੈਂ ਸਮਝਾਵਾਂ ਤੇ ਸਮਝਾਵਾਂ ਕੀ, ਉਹਦੇ ਸ਼ਾਂਤ ਚਿੱਤ ਹਨ। ਬੜਾ ਸਮਝਾਇਆ ਹੈ ਭੈਣ ਨਾਨਕੀ ਜੀ ਨੇ, ਕਿਉਂਕਿ ਭੈਣ ਨਾਨਕੀ ਜੀ ਨੂੰ, ਭਾਈ ਬਾਲਾ ਜੀ ਨੂੰ, ਰਾਏ ਬਲਾਰ ਜੀ ਨੂੰ, ਭਾਈਆ ਜੈ ਰਾਮ ਜੀ ਨੂੰ, ਹੋਰ ਕੁਝ ਸਿੱਖਾਂ ਨੂੰ, ਗੋਪਾਲ ਪਾਂਧੇ ਨੂੰ, ਤੇ ਹਰਦਾਸ ਵੈਦ, ਕੁਤਬਦੀਨ, ਮੁੱਲਾ ਪੰਡਿਤ ਹਰਦਿਆਲ ਜੀ ਇਤਿਆਦਿਕ ਕਈਆਂ ਜਣਿਆਂ ਨੂੰ ਗਿਆਨ ਹੈ ਮਹਾਰਾਜ ਨੇ ਬਖਸ਼ਿਆ। ਉਹ ਤੇ ਗੁਰੂ ਮਹਾਰਾਜ ਨੂੰ ਸਮਝਦੇ ਆ, ਬਾਕੀ ਆਮ ਹੀ ਗੁਰੂ ਜੀ ਨੂੰ ਸਮਝੀ ਜਾਂਦੇ, ਆਮ ਮਨੁੱਖ ਵਾਂਗ ਹੀ। ਜਿਵੇਂ ਜਿੰਨੀਆਂ ਕਥਾ ਆ ਰਹੀ ਹੈ ਇਹ ਸਾਡੀਆਂ ਆਮ ਲੋਕਾਂ ਦੀਆਂ ਗੱਲਾਂ ਹੈ। ਇਸੇ ਤਰ੍ਹਾਂ ਦੀ ਉਹ ਸਾਡੇ ਘਰਾਂ ਵਿੱਚ ਵੀ ਵਿਧੀ ਵਿਧਾਨ ਬਣਦਾ ਹੈ। ਜੇ ਕਿਤੇ ਉਹ ਹੋ ਜਾਵੇ ਕਿਤੇ ਸੰਤ ਮਹਾਂਪੁਰਸ਼ ਨਾਲ, ਕਮਾਈ ਵਾਲੇ ਨਾਲ ਵਿਆਹ ਸ਼ਾਦੀ, ਤੇ ਉਹਨਾਂ ਦੇ ਸਹੁਰੇ ਵੀ ਰਿਸ਼ਤੇਦਾਰ ਵੀ ਰੋਂਦੇ ਆ ਬੁੱਕੋ ਬੁੱਕੀ, ਕਹਿੰਦੇ ਜੀ ਬਹੁਤ ਮਾੜਾ ਹੋ ਗਿਆ, ਧੀ ਵਿਆਹ ਕੇ ਪਛਤਾ ਰਹੇ ਹਾਂ, ਉਹ ਤੇ ਕੁਝ ਕਰਦਾ ਹੀ ਨਹੀਂ ਹੈ। ਬੜਾ ਕੁਝ ਹੁੰਦਾ ਹੈ। ਐਵੇਂ ਇਹ ਸਮਝ ਰਹੇ ਹੈ ਪਰ ਮਹਾਰਾਜ ਜੀ ਦੇ ਮਹਾਨ ਹਨ, ਗੁਰੂ ਜੀ ਕਰਕੇ ਇਹਨਾਂ ਸਭ ਦਾ ਨਾਮ ਹੈ। ਤੇ ਪਰ ਉਹ ਸੋਚਦੇ ਵੀ ਸਾਡੇ ਤੇ ਭਾਗ ਹੀ ਮਾੜੇ, ਇੱਥੇ ਰਿਸ਼ਤਾ ਹੋ ਗਿਆ, ਕੀ ਬਣ ਰਿਹਾ ਸਾਡੇ ਨਾਲ। ਅੱਜ ਰਾਮ ਨੇ ਚੰਗੀ ਕੀਤੀ ਰਿਸ਼ਤਾ ਕਰਕੇ। ਉਹ ਜਿਵੇਂ ਰਹਿੰਦਾ ਪ੍ਰਸੰਗ ਆਵੇਗਾ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮੇਂ ਦੇ ਲਿਹਾਜ਼ ਨਾਲ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ ਜੀ। ਆਸ ਕੋ ਕਰਮ ਮਹਿ ਸੋਧ ਰਹੇਰੋ। ਤੋ ਸਮਝਾਵਨ ਬਨ ਹੈ ਮੇਰੋ। ਭਲੋ ਬਿਲੋ ਕਹਾ ਤਾਹੇ ਸੁਭਾਉ। ਜਿਹ ਮਹਿ ਰੰਚਕ ਦੋਸ਼ ਨਾ ਕਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ ਹੈ। ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ ਹੈ। ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ